कलो मसाजनी क्या सदाई है, हृदय ही लिख ले हो। सदा साहिब के रंग रहे, कबहू ना टूट स्नेह। कलो मसाजनी जायसी, लिखिया पी नाले जाए। नानक शोह प्रीत ना जायसी, जो तुर छूडी सच्चै पाए। कलो ਦਾ ਮਤਲਬ ਕਲਮ ਤੇ ਮਸਾਜਨੀ ਦਾ ਮੀਨਿੰਗ ਹੁੰਦਾ ਹੈ ਦਵਾਤ। ਸਦਾਈਏ ਦਾ ਮਤਲਬ ਸੱਦਣਾ, ਲਿਆਉਣਾ, ਮੰਗਾਉਣਾ। ਤਾਂ ਗੁਰੂ ਜੀ ਕਹਿੰਦੇ ਹਨ ਕਲਮ ਦਵਾਤ ਮੰਗਾਉਣ ਦਾ ਕੀ ਲਾਭ ਹੈ ਕਿ ਇਹ ਸਜਣਾ ਆਪਣੇ ਹਿਰਦੇ ਦੇ ਅੰਦਰ ਹੀ ਜੋ ਰੱਬੀ ਗੁਣ ਨੇ ਉਹ ਲਿਖ। ਕਲੋ ਮਸਾਜਨੀ ਕਿਆ ਸਦਾਈ ਹੈ, ਹਿਰਦੇ ਹੀ ਲਿਖ ਲੈ। ਆਪਣੇ ਹਿਰਦੇ ਦੇ ਅੰਦਰ ਉਹਨਾਂ ਗੁਣਾਂ ਨੂੰ ਲਿਖ ਲੈ। ਕਈ ਲੋਕ ਨੇ ਜਿਵੇਂ ਕਾਗਜ਼ ਆਦਿਕ ਤੇ ਲਿਖਣਾ ਚਾਹੁੰਦੇ ਹਨ ਔਰ ਉਹ ਚੀਜ਼ਾਂ ਸਿਰਫ ਲਿਖੀਆਂ ਲਿਖਾਈਆਂ ਰਹਿ ਜਾਂਦੀਆਂ ਨੇ, ਲੇਕਿਨ ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਵਰਤਦੇ ਨਹੀਂ। ਇਹਦਾ ਮਤਲਬ ਇਹ ਨਹੀਂ ਕਿ ਕੋਈ ਚੰਗੀ ਚੀਜ਼ ਲਿਖਣੀ ਨਹੀਂ, ਲਿਖ ਸਕਦੇ ਹਾਂ ਆਪਾਂ, ਨੋਟ ਬਣਾ ਸਕਦੇ ਹਾਂ, ਬਹੁਤ ਕੁਝ ਲਿਟਰੇਚਰ ਜਿਹੜਾ ਹੈ ਲਿਖਿਆ ਗਿਆ ਹੈ, ਲਿਖਣਾ ਚਾਹੀਦਾ ਹੈ, ਪਰ ਗੱਲ ਇਹ ਹੈ ਕਿ ਲਿਖਿਆ ਨਾ ਰਹਿ ਜਾਏ ਨਿਰਾ। ਇਸ ਲਈ ਗੁਰੂ ਜੀ ਕਹਿੰਦੇ ਨੇ ਹਿਰਦੇ ਹੀ ਲਿਖ ਲੈ। ਹਿਰਦੇ ਦਾ ਮਤਲਬ ਮੈਂਟੈਲਿਟੀ, ਜੋ ਸਾਡੀ ਸੋਚ ਹੈ, ਉਹਦੇ ਅੰਦਰ ਰੱਬੀ ਗੁਣਾਂ ਨੂੰ ਲਿਖ ਲਓ, ਪੱਕੇ ਤੌਰ ਤੇ ਵਸਾ ਲਓ। ਲਿਖ ਲੈ ਦਾ ਮਤਲਬ ਵਸਾ ਲਓ, ਕਿਉਂਕਿ ਜੋ ਸਾਡੀ ਸੋਚ ਦੇ ਅੰਦਰ ਵਸ ਜਾਣਾ ਨਾ, ਸਾਡੇ ਕਰਮ ਦੇ ਅੰਦਰ, ਬੋਲ ਵਿਹਾਰ ਦੇ ਅੰਦਰ ਪ੍ਰਗਟ ਉਸ ਚੀਜ਼ ਨੇ ਹੋਣਾ। ਤੇ ਜੋ ਸਾਡੇ ਵਿਹਾਰ ਚੋਂ, ਬੋਲਾਂ ਚੋਂ ਪ੍ਰਗਟ ਹੋਏਗਾ, ਜੈਸਾ ਅਸੀਂ ਕਰਮ ਕਰਾਂਗੇ, ਸੁੱਖ ਦੁੱਖ, ਚਿੰਤਾ ਜਾਂ ਖੁਸ਼ੀ ਸਾਨੂੰ ਉਸ ਕੀਤੇ ਹੋਏ ਕਰਮ ਦੇ ਹਿਸਾਬ ਦੇ ਨਾਲ ਮਿਲਣੀ ਹੈ। ਇਸ ਲਈ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਕਿ ਸਿਆਹੀ ਔਰ ਕਲਮ ਔਰ ਸਿਆਹੀ ਮੰਗਾਉਣ ਦਾ ਕੀ ਲਾਭ ਹੈ, ਦਵਾਤ ਮੰਗਾਉਣ ਦਾ ਕੀ ਲਾਭ ਹੈ। ਹਿਰਦੇ ਦੇ ਵਿੱਚ ਲਿਖ ਲੈ, ਯਾਨੀ ਕੋਈ ਚੀਜ਼ ਲਿਖੀ ਲਿਖਾਈ ਨਾ ਰਹਿ ਜਾਏ, ਹਿਰਦੇ ਦੇ ਵਿੱਚ ਉਹਨੂੰ ਵਸਾਉਣਾ ਹੈ, ਜ਼ਿੰਦਗੀ ਦੇ ਵਿੱਚ ਅਮਲ ਦੇ ਵਿੱਚ ਲਿਆਉਣਾ ਹੈ। ਸਦਾ ਸਾਹਿਬ ਕੈ ਰੰਗ ਰਹੇ, ਕਬਹੂ ਨਾ ਟੂਟਸ ਨੇਹ। ਇਹਨੂੰ ਨੇਹੂ ਨਹੀਂ ਪੜਨਾ, ਨੇ। ਜਿੱਥੇ ਨੇਹ ਬਹੁਵਚਨੀ ਹੋਏਗਾ ਉੱਥੇ ਨੇਹ ਦੇ ਹਾਹੇ ਥੱਲੇ ਔਂਕੜ ਨਹੀਂ ਹੋਏਗਾ। ਇੱਥੇ ਨੇਹ ਦੇ ਹਾਹੇ ਥੱਲੇ ਔਂਕੜ ਹੈ, ਇਹਦਾ ਮਤਲਬ ਇੱਕ ਵਚਨੀ ਸ਼ਬਦ ਹੈ ਇਹ। ਇਸ ਤਰ੍ਹਾਂ ਜੇ ਮਨੁੱਖ ਦਾ ਸਾਈਂ ਦੇ ਪਿਆਰ ਦੇ ਵਿੱਚ ਹਿਰਦਾ ਭਿੱਜਾ ਰਹੇ, ਸਦਾ ਸਾਹਿਬ ਕੇ ਰੰਗ ਰਹੇ, ਜੇ ਮਨੁੱਖ ਪ੍ਰਭੂ ਪਿਆਰ ਵਿੱਚ, ਰੱਬੀ ਗੁਣਾਂ ਦੇ ਵਿੱਚ ਹਮੇਸ਼ਾ ਭਿੱਜਿਆ ਰਹੇ, ਕਬਹੂ ਨਾ ਟੂਟ ਸਨੇਹ, ਤਾਂ ਉਹਦਾ ਪਿਆਰ ਕਦੇ ਟੁੱਟੇਗਾ ਨਹੀਂ। ਜਿਹੜੀ ਚੀਜ਼ ਸਾਡੇ ਹਿਰਦੇ ਵਿੱਚ ਵਸ ਗਈ, ਜੋ ਸਾਡੀ ਸੋਚ ਦਾ ਕੇਂਦਰ ਬਣ ਗਈ, ਉਹਦੇ ਨਾਲ ਫਿਰ ਪਿਆਰ ਸਾਡਾ ਟੁੱਟੇਗਾ ਨਹੀਂ। ਜੇ ਅਸੀਂ ਸੱਚ ਨੂੰ, ਦਇਆ ਨੂੰ, ਪ੍ਰੇਮ ਨੂੰ, ਰੱਬੀ ਗੁਣਾਂ ਨੂੰ ਆਪਣੀ ਸੋਚ ਅੰਦਰ ਵਸਾ ਲਓ, ਤਾਂ ਫਿਰ ਉਹ ਪਿਆਰ ਜਿਹੜਾ ਨਾ ਟੁੱਟੇਗਾ ਨਹੀਂ। ਉਹ ਪ੍ਰੀਤ ਹਮੇਸ਼ਾ ਬਣੀ ਰਹੇਗੀ, ਉਸ ਪ੍ਰੀਤ ਨੂੰ ਕੋਈ ਤੋੜ ਨਹੀਂ ਪਾਏਗਾ। ਤੇ ਤੋੜਨ ਦਾ ਯਤਨ ਕੀਤਾ ਹੈ, ਜਿਵੇਂ ਹੁਣ ਆਪਾਂ ਮਿਸਾਲ ਦੇ ਸਕਦੇ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੀਤ ਸ਼ੀਸ ਤੇ ਬੰਦ ਕਟਾਏ, ਉਹ ਬੰਦ ਤਾਂ ਕਟਾ ਗਏ, ਰਖੜੀਆਂ ਤੇ ਚੜ ਕੇ ਤੂੰਬਾ ਤਾਂ ਹੋ ਗਏ, ਪਰ ਸੱਚ ਦੀ ਪ੍ਰੀਤ ਨਹੀਂ ਟੁੱਟੀ, ਸੱਚ ਦੇ ਨਾਲੋਂ ਉਹਨਾਂ ਦਾ ਸੰਬੰਧ ਟੁੱਟਿਆ ਨਹੀਂ। ਕਲੋ ਮਸਾਜਨੀ ਜਾਏ ਸੀ, ਲਿਖਿਆ ਪੀ ਨਾਲੇ ਜਾਏ। ਕਲੋ ਦਾ ਮਤਲਬ ਕਲਮ, ਮਸਾਜਨੀ ਦਾ ਮਤਲਬ ਦੁਆਤ, ਲਿਖਿਆ ਦਾ ਮਤਲਬ ਜਿਸ ਕਾਗਜ਼ ਦੇ ਉੱਤੇ ਲਿਖਿਆ ਹੈ। ਜੇਕਰ ਨਿਰਾ ਲਿਖਿਆ ਹੀ ਹੈ ਤਾਂ ਕਲਮ ਨੇ ਵੀ ਖਤਮ ਹੋ ਜਾਣਾ ਹੈ, ਦਵਾਤ ਨੇ ਵੀ ਖਤਮ ਹੋ ਜਾਣਾ ਹੈ, ਤੇ ਜਿਸ ਕਾਗਜ਼ ਦੇ ਉੱਤੇ ਲਿਖਿਆ ਹੈ ਉਸ ਕਾਗਜ਼ ਨੇ ਵੀ ਖਤਮ ਹੋ ਜਾਣਾ ਹੈ, ਤੇ ਜਿਹੜਾ ਲਿਖਿਆ ਹੈ ਕਾਗਜ਼ ਤੇ ਉਹਨੇ ਵੀ ਨਾਲ ਹੀ ਮੁੱਕ ਜਾਣਾ ਹੈ। ਜੇ ਮੈਂਟੈਲਿਟੀ ਦੇ ਅੰਦਰ ਇਹ ਚੀਜ਼ਾਂ ਨਹੀਂ ਵਸਾਈਆਂ ਤਾਂ ਲਿਖਿਆ ਹੋਇਆ ਤੇ ਕਾਗਜ਼ ਤੇ ਪਿਆਰ ਰਹੇਗਾ ਬਹੁਤ ਕੁਛ। ਹੁਣ ਕਈ ਵਾਰੀ ਅਸੀਂ ਕਹੀਏ ਨਾ ਕਿ ਇਹ ਚੀਜ਼ ਜਾਂ ਪੁਸਤਕਾਂ, ਤੇ ਉਹ ਕਹਿੰਦਾ ਮੇਰੇ ਕੋਲ ਬਹੁਤ ਸਾਰੀਆਂ ਕਿਤਾਬਾਂ ਪਈਆਂ ਨੇ, ਸਾਡੇ ਘਰ ਇਹ ਕਿਤਾਬ ਪਈ ਹੈ, ਤੇ ਜੇ ਕਵੀ ਇਹ ਪੜ੍ਹੀ ਹੈ, ਕਹਿੰਦਾ ਪੜ੍ਹੀ ਤਾਂ ਨਹੀਂ, ਤਾਂ ਉਹ ਕਿਤਾਬ ਦੀ ਅਲਮਾਰੀ ਜੇ ਭਰੀ ਪਈ ਹੈ ਤਾਂ ਉਹਦਾ ਲਾਭ ਨਹੀਂ ਨਾ, ਜੇ ਪੜ੍ਹਿਆ ਨਹੀਂ। ਦੂਜੇ ਨੰਬਰ ਦੇ ਉੱਤੇ ਜੇ ਅਸੀਂ ਪੜ੍ਹਿਆ ਹੈ ਤੇ ਪੜ੍ਹ ਕੇ ਅਮਲ ਨਹੀਂ ਕੀਤਾ ਤਾਂ ਫਿਰ ਵੀ ਉਹਦਾ ਲਾਭ ਨਹੀਂ। ਜੇ ਅਸੀਂ ਕਾਰ ਦੀ ਥਿਊਰੀ ਕਰ ਲਈ ਤੇ ਪ੍ਰੈਕਟੀਕਲ ਨਹੀਂ ਕਰਦੇ ਤਾਂ ਅਸੀਂ ਡਰਾਈਵਰ ਨਹੀਂ ਬਣ ਪਾਵਾਂਗੇ। ਇਸ ਲਈ ਪ੍ਰੈਕਟੀਕਲੀ ਜ਼ਿੰਦਗੀ ਜ਼ਰੂਰ ਚਾਹੀਦੀ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਲਮ, ਦਵਾਤ, ਕਾਗਜ਼ ਆਦਿਕ ਇਹ ਸਾਰੇ ਨਾਸ਼ਮਾਨ ਨੇ। ਜੇ ਲਿਖੀ ਹੀ ਜਾਓਗੇ ਕੇਵਲ ਬਾਹਰੀ ਤੌਰ ਤੇ, ਉਹਦੇ ਤੇ ਅਮਲ ਨਹੀਂ ਕਰੋਗੇ ਤਾਂ ਇਹ ਤਾਂ ਨਾਸ਼ਮਾਨ ਨੇ।
ਪਰ ਗੁਰੂ ਜੀ ਕਹਿੰਦੇ ਨੇ ਨਾਨਕ ਸ਼ੋਹ ਪ੍ਰੀਤ ਨਾ ਜਾਏ ਸੀ। ਇਹਨੂੰ ਸਹਿ ਨਹੀਂ ਪੜਨਾ ਸ਼ੋਹ, ਕਿਉਂਕਿ ਸ਼ੁੱਧ ਸ਼ਬਦ ਸ਼ੋਹ ਹੈ। ਸ਼ੋਹ ਪ੍ਰੀਤ ਨਾ ਜਾਏ ਸੀ ਜੋ ਤੁਰ ਛੋਡੀ ਸੱਚੇ ਪਾਏ। ਤੁਰ ਦਾ ਮਤਲਬ ਸ਼ੁਰੂ ਤੋਂ, ਤੁਰ ਦੇ ਰਾਰੇ ਨਾਲ ਸਿਹਾਰੀ ਹੈ, ਤੁਰ ਤੋਂ, ਸ਼ੁਰੂ ਤੋਂ। ਤਾਂ ਗੁਰੂ ਜੀ ਕਹਿੰਦੇ ਨੇ ਹੇ ਨਾਨਕ, ਜੋ ਪਿਆਰ ਸੱਚੇ ਪ੍ਰਭੂ ਨੇ ਧੁਰ ਤੋਂ ਹੀ ਪਾ ਦਿੱਤਾ ਹੈ, ਹਿਰਦੇ ਵਿੱਚ ਬੀਜ ਦਿੱਤਾ ਹੈ, ਉਹਦਾ ਕਦੇ ਨਾਸ਼ ਨਹੀਂ ਹੋਏਗਾ। ਔਰ ਇਹ ਹਕੀਕਤ ਹੈ, ਜੇ ਸਾਡੇ ਅੰਦਰ ਇਹ ਸੰਸਕਾਰ ਬਣ ਜਾਣ, ਜਿਵੇਂ ਅਸੀਂ ਬਚਪਨ ਤੋਂ ਸੱਚ ਨਾਲ ਜੁੜ ਜਾਈਏ, ਚੰਗੇ ਗੁਣਾਂ ਦੇ ਨਾਲ ਜੁੜ ਜਾਈਏ, ਤਾਂ ਉਹ ਜਿਹੜਾ ਬਣਿਆ ਹੋਇਆ ਸੁਭਾਅ ਹੈ ਅਖੀਰ ਤੱਕ ਨਿਭ ਜਾਂਦਾ ਹੈ। ਕਿੰਨੇ ਸਾਰੇ ਐਸੇ ਲੋਕ ਨੇ ਜੋ ਬਚਪਨ ਵਿੱਚ ਵੀ ਉਹਨਾਂ ਦਾ ਸੁਭਾਅ ਚੰਗਾ ਸੀ, ਜਵਾਨੀ ਵਿੱਚ ਵੀ, ਬੁਢੇਪੇ ਵਿੱਚ ਵੀ। ਤੇ ਬਹੁਤ ਸਾਰੇ ਲੋਕ ਐਸੇ ਮਿਲਣਗੇ ਜੋ ਬਚਪਨ ਵਿੱਚ ਵੀ ਸ਼ਰਾਰਤੀ ਸਨ, ਜਵਾਨੀ ਵਿੱਚ ਵੀ ਉਹਨਾਂ ਨੇ ਕੋਈ ਚੰਗਾ ਕੰਮ ਨਹੀਂ ਕੀਤਾ ਹੁੰਦਾ, ਤੇ ਬੁੱਢੇ ਹੋ ਜਾਣਗੇ ਲੇਕਿਨ ਉਹਨਾਂ ਦਾ ਸੁਭਾਅ ਨਹੀਂ ਬਦਲੇਗਾ। ਉਸੇ ਤਰ੍ਹਾਂ ਕ੍ਰੋਧ ਜਾਂ ਲੋਭ ਜਾਂ ਈਰਖਾ, ਦਵੇਸ਼ ਆਦਿਕ ਉਹਨਾਂ ਦੇ ਅੰਦਰ ਬਣਿਆ ਰਹਿੰਦਾ ਹੈ। ਤਾਂ ਜਿਹੜੀ ਧੁਰ ਤੋਂ ਸ਼ੁਰੂ ਤੋਂ ਪ੍ਰੀਤ ਪੈ ਗਈ ਅੰਦਰ ਨਾ, ਉਹ ਫਿਰ ਟੁੱਟਦੀ ਨਹੀਂ ਹੈ। ਇਸ ਲਈ ਇਹ ਚੀਜ਼ਾਂ ਜ਼ਰੂਰੀ ਨੇ ਸਮਝਣੀਆਂ। ਹੁਣ ਪ੍ਰੀਤ ਕੌਣ ਪਾਉਂਦਾ ਹੈ? ਪ੍ਰੀਤ ਦਰਅਸਲ ਅਸੀਂ ਆਪ ਪਾ ਰਹੇ ਹਾਂ। ਜੈਸੇ ਅਸੀਂ ਵਿਚਾਰ ਸੋਚਦੇ ਹਾਂ, ਜੋ ਸਾਡੇ ਮਨ ਵਿੱਚ ਵਿਚਾਰ ਉੱਠਦੇ ਨੇ, ਜੋ ਅਸੀਂ ਬੋਲਦੇ ਹਾਂ, ਜੋ ਅਸੀਂ ਕਰਮ ਕਰਦੇ ਹਾਂ, ਉਹ ਸਾਡੇ ਸੰਸਕਾਰ ਬਣੀ ਜਾਂਦੇ ਨੇ, ਸਾਡਾ ਸੁਭਾਅ ਬਣੀ ਜਾਂਦਾ ਹੈ, ਸਾਡੀਆਂ ਆਦਤਾਂ ਬਣ ਜਾਂਦੀਆਂ ਨੇ, ਤੇ ਫਿਰ ਉਹਨਾਂ ਆਦਤਾਂ ਮੁਤਾਬਕ ਬੰਦਾ ਕਰਮ ਕਰੀ ਜਾਂਦਾ ਹੈ। ਜੇ ਅਸੀਂ ਚੰਗਾ ਸੁਭਾਅ ਬਣਾ ਲਈਏ, ਜੇ ਅਸੀਂ ਗੁਣਾਂ ਬਾਰੇ ਸੋਚੀਏ, ਗੁਣਾਂ ਵਾਲੇ ਲੇਖ ਲਿਖੀਏ, ਤਾਂ ਸਾਡਾ ਵਿਹਾਰ ਐਸਾ ਹੋ ਜਾਏਗਾ। ਜੇ ਮਾੜੇ ਬਣਾ ਲਵਾਂਗਾ ਤਾਂ ਮਾੜੇ ਹੋ ਜਾਏਗਾ। ਨਾਨਕ ਸ਼ੋਹ ਪ੍ਰੀਤ ਨਾ ਜਾਏ ਸੀ ਜੋ ਤੁਰ ਛੋਡੀ ਸੱਚੇ ਪਾਏ। ਜੋ ਸੱਚੇ ਪ੍ਰਭੂ ਨੇ ਸ਼ੁਰੂ ਤੋਂ ਹੀ ਪ੍ਰੀਤ ਪਾ ਦਿੱਤੀ ਹੈ, ਉਹ ਪ੍ਰੀਤ ਫਿਰ ਕਦੇ ਖਤਮ ਨਹੀਂ ਹੋਈ। ਇਸ ਲਈ ਅਸੀਂ ਵੀ ਸੱਚੀ ਜਿਹੜੀ ਪ੍ਰੀਤ ਹੈ ਉਹ ਆਪਣੇ ਪ੍ਰਭੂ ਦੇ ਨਾਲ ਪਾਉਣ ਦਾ ਯਤਨ ਕਰਨਾ ਹੈ। ਅਗਲਾ ਸ਼ਲੋਕ ਵੀ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਹੀ ਹੈ। ਨਦਰੀ ਆਮ ਦਾ ਨਾਲ ਨਾ ਚੱਲਈ, ਵੇਖੋ ਉਹ ਵਿਉ ਪਾਏ। ਇਹਨੂੰ ਨਦਰੀ ਨਹੀਂ ਪੜਨਾ, ਨਦਰੀ, ਤੇ ਆਵਦਾ ਨਹੀਂ ਪੜਨਾ, ਆਮ ਦਾ। ਨਦਰੀ ਆਮ ਦਾ ਨਾਲ ਨਾ ਚੱਲਈ। ਨਦਰੀ ਦਾ ਮਤਲਬ ਜੋ ਕੁਝ ਸਾਨੂੰ ਦਿਸ ਰਿਹਾ ਹੈ, ਨਾਲ ਨਾ ਚੱਲਈ ਦਾ ਮਤਲਬ ਇਹ ਸदैवी ਸਾਥ ਨਹੀਂ ਦੇਵੇਗਾ। ਵੇਖੋ ਦਾ ਮਤਲਬ, ਵੇਖੋ ਵਿਉਪਾਏ ਦਾ ਮਤਲਬ ਪਰਖ ਕੇ, ਨਿਰਣਾ ਕਰਕੇ। ਵਿਉਪਾਏ ਦਾ ਮੀਨਿੰਗ ਨਿਰਣਾ ਕਰਕੇ। ਤਾਂ ਗੁਰੂ ਜੀ ਕਹਿੰਦੇ ਨੇ ਬੇਸ਼ੱਕ ਨਿਰਣਾ ਕਰਕੇ ਵੇਖ ਲਓ, ਪਰਖ ਕੇ ਵੇਖ ਲਓ, ਆਪਣੇ ਨਿੱਜੀ ਤਜਰਬੇ ਦੇ ਨਾਲ ਸੋਚ ਕੇ ਵੇਖ ਲਓ ਕਿ ਜੋ ਕੁਝ ਅੱਖਾਂ ਦੇ ਨਾਲ ਦਿਸ ਰਿਹਾ ਹੈ ਇਹ ਮਨੁੱਖ ਦੇ ਨਾਲ ਨਹੀਂ ਜਾਣਾ। ਜੇ ਅਸੀਂ ਸਰੀਰਕ ਤੌਰ ਤੇ ਮਰਨਾ ਹੈ ਨਾ, ਤਾਂ ਸਰੀਰਕ ਤੌਰ ਤੇ ਸਾਡੇ ਨਾਲ ਕੁਝ ਵੀ ਨਹੀਂ ਜਾਣਾ, ਸਰੀਰ ਨੇ ਵੀ ਖਤਮ ਹੋ ਜਾਣਾ, ਇਹਨਾਂ ਚੀਜ਼ਾਂ ਨੇ ਇੱਥੇ ਹੀ ਰਹਿ ਜਾਣਾ। ਦੂਜੀ ਗੱਲ ਹੈ ਕਿ ਜੋ ਸਾਨੂੰ ਇਹ ਨਜ਼ਰੀ ਪੈ ਰਿਹਾ ਹੈ, ਇਹਨੇ ਸਾਡੇ ਆਤਮਿਕ ਜੀਵਨ ਵਿੱਚ ਵੀ ਸਾਥ ਨਹੀਂ ਦੇਣਾ ਜੇਕਰ ਸਾਡੇ ਅੰਦਰ ਸ਼ੁਭ ਗੁਣ ਨਹੀਂ ਹਨ। ਤਾਂ ਇਹ ਸਾਡੇ ਨਾਲ ਚੱਲਣ ਵਾਲਾ ਸदैवी ਸਾਥੀ ਨਹੀਂ ਹਨ। ਇਸ ਲਈ ਸदैवी ਸਾਥੀ ਕੌਣ ਹੈ? ਜੋ ਸਾਡੇ ਨਾਲ ਚੱਲੇਗਾ। ਦੇਖੋ ਅਸੀਂ ਸਫ਼ਰ ਵਿੱਚ ਜਾਂਦੇ ਹਾਂ, ਧੀਆਂ ਪੁੱਤਰ ਤਾਂ ਜ਼ਰੂਰੀ ਨਹੀਂ ਨਾ ਸਾਡੇ ਨਾਲ ਰਹਿਣ। ਸਾਡੀ ਕੋਠੀ, ਸਾਡੀ ਜ਼ਮੀਨ ਜਾਇਦਾਦ ਸਾਡੇ ਨਾਲ ਤੇ ਨਾ ਫਿਰਦੀ ਸਾਰਾ ਜ਼ਿੰਦਗੀ, ਜਿੱਧਰ ਜਿੱਧਰ ਅਸੀਂ ਜਾਂਦੇ ਹਾਂ। ਇਹ ਨਾਲ ਹਮੇਸ਼ਾ ਰਹਿਣ ਵਾਲੇ ਤਾਂ ਨਹੀਂ ਹੈਗੇ। ਬੇਸ਼ੱਕ ਉਹਨਾਂ ਤੇ ਕਬਜ਼ਾ ਸਾਡਾ ਹੀ ਹੁੰਦਾ ਹੈ। ਸਾਡੇ ਨਾਲ ਕੀ ਰਵੇਗਾ? ਸਤਿਗੁਰ ਸੱਚ ਦ੍ਰਿੜਾਇਆ, ਸੱਚ ਰਹੋ ਲਿਵਲਾਏ। ਸਤਿਗੁਰ ਨੇ ਸੱਚ ਦ੍ਰਿੜਾ ਦਿੱਤਾ ਹੈ, ਇਹ ਨਿਸ਼ਚਾ ਕਰਾ ਦਿੱਤਾ ਹੈ ਕਿ ਸੱਚ ਜਿਹੜਾ ਹੈ ਨਾ ਇਹ ਤੁਹਾਡੇ ਨਾਲ ਚੱਲੇਗਾ। ਇਸ ਲਈ ਸੱਚ ਦੇ ਅੰਦਰ ਲਗਨ ਲਗਾ ਕੇ ਰੱਖੋ, ਸੱਚ ਦੇ ਅੰਦਰ ਲਗਨ ਲਗਾ ਕੇ ਰੱਖੋ। ਭਾਈ ਸਾਹਿਬ ਪਾਠ ਸੁਣਾਣਾ ਤੁਹਾਨੂੰ? ਮੈਂ ਫਿਰ ਬੰਦ ਕਰਾਂ ਕਿ ਉਧਰ ਕਰ ਲੋਗੇ? ਉਧਰ ਕਰ ਲੋਗੇ ਕਿ ਇੱਥੇ? ਮੈਂ ਬਾਹਰ ਜਾਵਾਂ? ਓਕੇ, ਸੌਰੀ ਜੀ, ਮੈਨੂੰ ਇੱਥੋਂ ਜਾਣਾ ਪੈਣਾ ਹੈ। ਹੋਲੇ ਬੁਲਾਏ, ਇਹ ਸਤਿਗੁਰ ਨੇ ਸੱਚ ਦ੍ਰਿੜ ਕਰਾ ਦਿੱਤਾ ਹੈ, ਇਹ ਵਿਸ਼ਵਾਸ ਬਣਾ ਦਿੱਤਾ ਹੈ ਕਿ ਜੋ ਸੱਚ ਹੈ ਨਾ ਉਹ ਸਾਡੇ ਨਾਲ ਹਮੇਸ਼ਾ ਨਿਭੇਗਾ। ਸੱਚ ਸਾਡੇ ਨਾਲ ਨਿਭੇਗਾ। ਸੱਚ ਜਿਹੜਾ ਹੈ ਉਹ ਸਾਡੇ ਆਤਮਿਕ ਜੀਵਨ ਦੇ ਅੰਦਰ ਸਾਥ ਦੇਵੇਗਾ। ਔਰ ਹਕੀਕਤ ਹੈ, ਜੇ ਅਸੀਂ ਝੂਠ ਦੇ ਨਾਲ ਜੁੜਦੇ ਹਾਂ, ਵਿਕਾਰਾਂ ਦੇ ਨਾਲ ਜੁੜਦੇ ਹਾਂ, ਤਾਂ ਨਾਲ ਤਾਂ ਸਾਡੇ ਉਹ ਵੀ ਰਹਿਣਗੇ, ਸੁਭਾਅ ਸਾਡੇ ਨਾਲ ਰਹਿਣਾ ਹੈ, ਲੇਕਿਨ ਉਹ ਆਤਮਿਕ ਜੀਵਨ ਵਿੱਚ ਸਾਥ ਨਹੀਂ ਦੇਣਗੇ।
ਜੇ ਸੱਚ ਦੇ ਨਾਲ ਲਿਵ ਲਾ ਕੇ ਰੱਖੋਗੇ, ਲਗਨ ਲਗਾ ਕੇ ਰੱਖੋਗੇ, ਤਾਂ ਸੱਚ ਜਿਹੜਾ ਹੈ ਉਹ ਨਾਲ ਨਿਭੇਗਾ, ਆਤਮਿਕ ਜੀਵਨ ਵਿੱਚ ਸਾਥ ਦੇਵੇਗਾ। ਇਸ ਲਈ ਧੰਨ ਗੁਰੂ ਅਮਰਦਾਸ ਜੀ ਬਚਨ ਕਰ ਰਹੇ ਨੇ ਕਿ ਸਤਿਗੁਰੂ ਸੱਚ ਦ੍ਰਿੜਾਇਆ, ਸੱਚੇ ਗੁਰਾਂ ਨੇ ਇਹ ਸੱਚ ਦ੍ਰਿੜ ਕਰਾ ਦਿੱਤਾ ਹੈ, ਵਿਸ਼ਵਾਸ ਦਿਵਾ ਦਿੱਤਾ ਹੈ ਕਿ ਸੱਚ ਜਿਹੜਾ ਹੈ ਉਹ ਹਮੇਸ਼ਾ ਤੁਹਾਡੇ ਨਾਲ ਨਿਭੇਗਾ, ਸੱਚ ਤੁਹਾਡੇ ਆਤਮਿਕ ਜੀਵਨ ਵਿੱਚ ਸਾਥੀ ਹੋਵੇਗਾ। ਇਸ ਲਈ ਸੱਚ ਦੇ ਅੰਦਰ ਲਿਵ ਲਾ ਕੇ ਰੱਖੋ। ਲਿਵ ਦਾ ਮਤਲਬ ਲਗਨ। ਤੇ ਇੱਥੇ ਤੁਸੀਂ ਦੇਖ ਰਹੇ ਹੋ, ਪਹਿਲੇ ਸੱਚ ਦੇ ਥੱਲੇ ਔਂਕੜ ਹੈ, ਦੂਜੇ ਸੱਚ ਦੇ ਚੱਚੇ ਨਾਲ ਸਿਹਾਰੀ ਹੈ। ਜਿੱਥੇ ਸੱਚ ਦੇ ਚੱਚੇ ਨਾਲ ਸਿਹਾਰੀ ਹੈ, ਉਹਦਾ ਮਤਲਬ ਹੈ ਸੱਚ ਵਿੱਚ, ਤੇ ਜਿੱਥੇ ਸੱਚ ਦੇ ਚੱਚੇ ਥੱਲੇ ਔਂਕੜ ਹੈ, ਇੱਥੇ ਪੁਲਿੰਗ ਸ਼ਬਦ ਹੈ ਔਰ ਇੱਕ ਵਚਨੀ ਹੈ, ਸਿੰਗੂਲਰ ਹੈ। ਇਸ ਲਈ ਸਤਿਗੁਰੂ ਨੇ ਸੱਚ ਦ੍ਰਿੜ ਕਰਾਇਆ, ਤਾਂ ਅਸੀਂ ਸੱਚ ਦੇ ਨਾਲ ਲਿਵ ਲਾਣੀ ਹੈ। ਸੱਚ ਹੀ ਸਾਡੇ ਆਤਮਿਕ ਜੀਵਨ ਦਾ ਸਾਥੀ ਬਣੇਗਾ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਸੱਚ ਦੀ ਸਮਝ ਕਿੱਥੋਂ ਆਵੇ, ਸੱਚ ਦੀ ਸਾਨੂੰ ਸੂਝ ਕਿਵੇਂ ਮਿਲੇ? ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਇਹਦਾ ਸਾਧਨ ਦੱਸ ਰਹੇ ਨੇ। ਸੱਚ ਦੀ ਸੂਝ ਮਿਲੇਗੀ, ਨਾਨਕ ਸ਼ਬਦੀ ਸੱਚ ਹੈ, ਕਰਮੀ ਪੱਲੇ ਪਾਏ। ਸ਼ਬਦੀ ਦਾ ਮਤਲਬ ਗੁਰੂ ਦੇ ਸ਼ਬਦ ਦੀ ਰਾਹੀਂ, ਉਪਦੇਸ਼ ਦੀ ਰਾਹੀਂ, ਗੁਰੂ ਦੇ ਗਿਆਨ ਦੀ ਰਾਹੀਂ। ਤਾਂ ਗੁਰੂ ਦੇ ਉਪਦੇਸ਼ ਰਾਹੀਂ ਸਾਨੂੰ ਸੱਚ ਮਿਲੇਗਾ, ਸੂਝ ਸਮਝ ਮਿਲੇਗੀ ਜਦੋਂ ਅਸੀਂ ਗੁਰੂ ਤੋਂ ਗਿਆਨ ਦੀ ਦਾਤ ਲਵਾਂਗੇ, ਗਿਆਨ ਗੁਰੂ ਦੀ ਅਗਵਾਈ ਵਿੱਚ ਚੱਲਾਂਗੇ। ਗੁਰੂ ਸਾਨੂੰ ਵਿਜ਼ਨ ਦੇਵੇਗਾ, ਗੁਰੂ ਸਾਨੂੰ ਵਿਵੇਕ ਬੁੱਧ ਦੇਵੇਗਾ, ਗੁਰੂ ਤੋਂ ਸਾਨੂੰ ਕਾਮਨ ਸੈਂਸ ਮਿਲੇਗੀ, ਗੁਰੂ ਤੋਂ ਸਾਨੂੰ ਇਸ ਗੱਲ ਦੀ ਸੂਝ ਮਿਲੇਗੀ ਕਿ ਕੀ ਸੱਚ ਹੈ, ਕੀ ਝੂਠ ਹੈ। ਕਿਉਂਕਿ ਕਈ ਵਾਰ ਬੰਦਾ ਭੁਲੇਖੇ ਵਿੱਚ ਹੀ ਰਹਿ ਜਾਂਦਾ ਨਾ, ਉਹ ਝੂਠ ਨੂੰ ਹੀ ਸੱਚ ਸਮਝ ਲਵੇ ਤਾਂ ਪ੍ਰੋਬਲਮ ਕ੍ਰੀਏਟ ਹੋ ਜਾਏਗੀ। ਉਹ ਆਪਣੇ ਗਲਤ ਮਾਰਗ ਨੂੰ ਹੀ ਸਹੀ ਸਮਝ ਲਵੇ, ਪ੍ਰੋਬਲਮ ਕ੍ਰੀਏਟ ਹੋਏਗੀ। ਤੇ ਐਸਾ ਹੋ ਵੀ ਰਿਹਾ ਹੈ, ਕਿਉਂਕਿ ਧਰਮ ਦੀ ਦੁਨੀਆ ਦੇ ਅੰਦਰ ਬਹੁਤ ਸਾਰੇ ਲੋਕਾਂ ਨੇ ਕਰਮ ਕਾਂਡ ਨੂੰ ਹੀ ਧਰਮ ਸਮਝ ਲਿਆ ਹੈ, ਤੇ ਉਹਨੂੰ ਧਰਮ ਸਮਝ ਕੇ ਨਿਭਾਈ ਜਾ ਰਹੇ ਨੇ, ਜਿਹਦਾ ਕਿ ਕੋਈ ਲਾਭ ਨਹੀਂ ਹੋ ਰਿਹਾ ਔਰ ਨਾ ਹੀ ਉਹਦਾ ਕਦੇ ਲਾਭ ਹੋਣਾ ਹੈ। ਇਸ ਲਈ ਗੁਰੂ ਦੇ ਗਿਆਨ ਦੀ ਜ਼ਰੂਰਤ ਹੋਵੇਗੀ। ਨਾਨਕ ਸ਼ਬਦੀ ਸੱਚ ਹੈ, ਕਰਮੀ ਪੱਲੇ ਪਾਏ। ਕਰਮੀ ਦਾ ਮਤਲਬ ਕਰਮਾਂ ਰਾਹੀਂ, ਉਦਮ ਰਾਹੀਂ। ਜੇ ਅਸੀਂ ਉਦਮ ਕਰਾਂਗੇ ਤਾਂ ਸਾਡੇ ਪੱਲੇ ਪਵੇਗਾ। ਹੁਣ ਜੇ ਅਸੀਂ ਉਦਮ ਹੀ ਨਾ ਕਰੀਏ ਗੁਰੂ ਚਰਨਾਂ ਵਿੱਚ ਹਾਜ਼ਰ ਹੋਣ ਵਾਸਤੇ, ਤਾਂ ਪ੍ਰੋਬਲਮ ਹੈ ਨਾ। ਸਾਨੂੰ ਉਦਮ ਕਰਨਾ ਪਵੇਗਾ। ਉਦਮ ਕਰੇਂਦਿਆਂ ਜੀਓ ਤੂੰ, ਕਮਾਵੰਦਿਆਂ ਸੁਖ ਪੁੰਜ, ਧਿਆਏਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਇਸ ਲਈ ਉਦਮ ਕਰਨਾ ਪਵੇਗਾ। ਅਸੀਂ ਗੁਰੂ ਦੀ ਪਾਵਨ ਬਾਣੀ ਪੜ੍ਹੀਏ, ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਵਿਚਾਰ ਕਰੀਏ ਔਰ ਫਿਰ ਉਸ ਵਿਚਾਰ ਮੁਤਾਬਕ ਜ਼ਿੰਦਗੀ ਜੀਣ ਦਾ ਉਦਮ ਕਰੀਏ, ਤਾਂ ਇਹ ਜਿਹੜੀ ਚੀਜ਼ ਹੈ ਸਾਡੇ ਪੱਲੇ ਪੈ ਜਾਏਗੀ। ਜਿਵੇਂ ਹੁਣ ਅਸੀਂ ਕਲਾਸ ਦੇ ਵਿੱਚ ਉਦਮ ਕਰ ਰਹੇ ਹਾਂ ਗੁਰਬਾਣੀ ਸਮਝਣ ਦਾ, ਜਿੰਨੀ ਕੁ ਸਮਝ ਸਾਨੂੰ ਆ ਰਹੀ ਹੈ ਉਸ ਹਿਸਾਬ ਨਾਲ ਅਸੀਂ ਵਿਚਾਰ ਕਰਕੇ ਸਮਝ ਰਹੇ ਹਾਂ, ਤਾਂ ਜਦੋਂ ਸਮਝ ਆਏਗੀ, ਉਹ ਸਮਝ ਆਏ ਸੱਚ ਮੁਤਾਬਕ ਅਸੀਂ ਜ਼ਿੰਦਗੀ ਜੀਵਾਂਗੇ ਤਾਂ ਉਹਦਾ ਰਿਜ਼ਲਟ ਵੀ ਨਿਕਲੇਗਾ। ਇਸ ਲਈ ਨਾਨਕ ਸ਼ਬਦੀ ਸੱਚ ਹੈ, ਕਰਮੀ ਪੱਲੇ ਪਾਏ। ਕਿ ਇਹ ਨਾਨਕ, ਗੁਰੂ ਦੇ ਸ਼ਬਦ ਰਾਹੀਂ ਸੱਚ ਦੀ ਸਮਝ ਆਉਂਦੀ ਹੈ ਔਰ ਜੇ ਅਸੀਂ ਉਦਮ ਕਰੀਏ, ਕਰਮ ਕਰੀਏ, ਤਾਂ ਸਾਡੇ ਉਹ ਪੱਲੇ ਪੈ ਜਾਏਗਾ, ਸਾਡੇ ਮਨ ਬੁੱਧ ਦੇ ਅੰਦਰ ਵਸ ਜਾਏਗਾ। ਹਰ ਅੰਦਰ ਬਾਹਰ ਇੱਕ ਤੂੰ, ਤੂੰ ਜਾਣੇ ਭੇਦ। ਇਹਨੂੰ ਤੂੰ ਇਕੱਠਾ ਨਹੀਂ ਪੜਨਾ। ਹਰ ਅੰਦਰ ਬਾਹਰ ਇੱਕ ਤੂੰ, ਤੂੰ ਜਾਣ ਹੈ ਭੇਦ। ਹੁਣ ਜੇ ਇੱਕ ਦੇ ਕੱਕੇ ਨਾਲ ਸਿਹਾਰੀ ਹੁੰਦੀ ਨਾ, ਤਾਂ ਇਹ ਸ਼ਬਦ ਬਹੁਵਚਨੀ ਹੋਣਾ ਸੀ, ਦਾ ਅਰਥ ਹੋ ਜਾਣਾ ਸੀ ਕਈ ਸਾਰੇ। ਇੱਕ ਦੇ ਕੱਕੇ ਥੱਲੇ ਔਂਕੜ ਹੈ, ਇਸ ਦਾ ਮਤਲਬ ਹੈ ਇੱਕ। ਤੇ ਜੇ ਇੱਕ ਦਾ ਕੱਕਾ ਮੁਕਤਾ ਹੁੰਦਾ ਫਿਰ ਇਹ ਫੀਮੇਲ ਜੈਂਡਰ ਹੋ ਜਾਣਾ ਸੀ, ਜਿਵੇਂ ਗੁਰਾ ਇੱਕ ਦੇਹ 부ਝਾਈ। ਤਾਂ ਹਰ ਅੰਦਰ ਬਾਹਰ ਇੱਕ ਤੂੰ, ਤੂੰ ਜਾਣੇ ਭੇਦ। ਗੁਰੂ ਦੇ ਸ਼ਬਦ ਰਾਹੀਂ ਸਾਨੂੰ ਕੀ ਸਮਝ ਆਏਗੀ ਕਿ ਹੇ ਹਰੀ, ਤੂੰ ਸਭ ਥਾਈਂ ਅੰਦਰ ਬਾਹਰ ਵਿਆਪਕ ਹੈ ਔਰ ਤੂੰ ਸਾਰੇ ਜੀਵਾਂ ਦਾ ਭੇਦ ਜਾਣਦਾ ਹੈ। ਹੁਣ ਜਦ ਮੇਰੇ ਅੰਦਰ ਵੀ ਪ੍ਰਭੂ ਹੈ, ਬਾਹਰ ਵੀ ਪ੍ਰਭੂ ਹੈ, ਹਰ ਥਾਂ ਦੇ ਉੱਤੇ ਰੱਬ ਵਸ ਰਿਹਾ ਹੈ, ਤਾਂ ਫਿਰ ਉਹ ਭੇਦ ਜਾਣ ਰਿਹਾ ਹੈ ਨਾ। ਮੈਂ ਤੁਹਾਡੇ ਤੋਂ ਕੋਈ ਭੇਦ ਲੁਕਾ ਸਕਦਾ ਹਾਂ, ਲੇਕਿਨ ਮੈਂ ਆਪਣੇ ਆਪ ਤੋਂ ਭੇਦ ਕਿਵੇਂ ਲੁਕਾਵਾਂ? ਤਾਂ ਮੇਰਾ ਆਪਣਾ ਆਪਾ ਹੀ ਰੱਬ ਹੈ ਨਾ। ਮਨ ਤੂੰ ਜੋਤ ਸਰੂਪ ਹੈ। ਮੈਂ ਤੁਹਾਡੇ ਸਾਹਮਣੇ ਝੂਠ ਬੋਲ ਦਵਾਂਗਾ, ਲੇਕਿਨ ਮੈਂ ਆਪਣੇ ਆਪ ਤੋਂ ਕਿਵੇਂ ਲੁਕਾਵਾਂਗਾ?
क्योंकि मैंने तो पता है मैं झूठ बोल रहा ना। प्रभु तू सर्व व्यापक है और तू सब जीवां दे भेद नूं जानदा है और भेद नूं जानन वाला है। मीनस कि कोई चीज लुकाई नहीं जा सकती। हुण ਇਹ चीज थोड़ी जी समझण वाली है कि कोई भी कर्म जिहड़ा ना लुकाया नहीं जा सकता। ਉਹਦਾ ਫਲ ਸਾਨੂੰ ਜ਼ਰੂਰ ਮਿਲਦਾ ਹੈ। ਲੁਕਿਆ ਫਲ ਉਹ ਹੁੰਦਾ ਜਿਹਦਾ ਫਲ ਨਾ ਮਿਲੇ। ਤਾਂ ਫਾਰ ਐਗਜ਼ਾਮਪਲ ਮੈਂ ਕਿਸੇ ਦੇ ਨਾਲ ਈਰਖਾ ਕਰ ਰਿਹਾ ਔਰ ਇਹ ਵੀ ਸਮਝ ਰਿਹਾ ਕਿ ਉਹਨੂੰ ਪਤਾ ਨਹੀਂ ਲੱਗ ਰਿਹਾ, ਈਰਖਾ ਕਰਕੇ ਉਹਦਾ ਕੋਈ ਕੰਮ ਗਵਾ ਰਿਹਾ, ਤਾਂ ਇਹ ਕਰਮ ਲੁਕਿਆ ਹੋਇਆ ਨਹੀਂ ਹੈ। ਮੇਰੇ ਅੰਦਰ ਜਲਨ ਪੈਦਾ ਹੋ ਰਹੀ ਹੈ, ਮੈਂ ਸੜ ਰਿਹਾ ਹਾਂ ਅੰਦਰੇ ਅੰਦਰ। ਲੁਕਿਆ ਕਰਮ ਤੇ ਤਾਂ ਸੀ ਨਾ ਕਿ ਮੈਂ ਈਰਖਾ ਵੀ ਕਰਦਾ ਤੇ ਮੈਨੂੰ ਉਹਦਾ ਫਲ ਵੀ ਨਾ ਮਿਲਦਾ। ਮੇਰੇ ਅੰਦਰ ਜਲਨ ਹੋ ਰਹੀ ਹੈ, ਮੈਂ ਅੰਦਰੇ ਅੰਦਰ ਸੜ ਰਿਹਾ ਹਾਂ। ਮੰਨ ਲਓ ਮੈਂ ਪੜ੍ਹਾਈ ਵਿੱਚ ਮਿਹਨਤ ਨਹੀਂ ਕਰਦਾ, ਮੈਂ ਸਕੂਲ ਜਾ ਰਿਹਾ ਪਰ ਪੜ੍ਹਾਈ ਵਿੱਚ ਮਿਹਨਤ ਨਹੀਂ ਕਰਦਾ, ਤਾਂ ਇਸ ਕਰਮ ਨੇ ਲੁਕੇ ਹੋਏ ਨਹੀਂ ਰਹਿਣਾ। ਸਿਸਟਮ ਦੇ ਅੰਦਰ ਇਹਦਾ ਫਲ ਮਿਲੇਗਾ, ਮੈਂ ਫੇਲ ਹੋ ਜਾਵਾਂਗਾ। ਤੇ ਜੇ ਕੋਈ ਬੱਚਾ ਚੰਗੀ ਮਿਹਨਤ ਕਰ ਰਿਹਾ ਹੈ ਤਾਂ ਉਹ ਡਾਕਟਰ ਇੰਜੀਨੀਅਰ ਬਣ ਜਾਏਗਾ। ਇਸ ਲਈ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਹੇ ਪ੍ਰਭੂ ਤੂੰ ਅੰਦਰ ਬਾਹਰ ਵਸਦਾ ਹੈ ਔਰ ਜੀਵਾਂ ਦੇ ਭੇਤ ਨੂੰ ਤੂੰ ਜਾਣਦਾ ਹੈ। ਕੋਈ ਵੀ ਕਰਮ ਤੇਰੇ ਸਿਸਟਮ ਤੇਰੇ ਹੁਕਮ ਤੋਂ ਲੁਕਿਆ ਛਿਪਿਆ ਨਹੀਂ ਹੈ। ਜੋ ਕੀਚੈ ਸੋ ਹਰ ਜਾਣਦਾ, ਮੇਰੇ ਮਨ ਹਰ ਚੇਤ ਦਾ ਮਤਲਬ ਯਾਦ ਕਰ। ਜੋ ਕੀਚੈ ਦਾ ਮਤਲਬ ਜੋ ਅਸੀਂ ਕਰਦੇ ਹਾਂ, ਸੋ ਹਰ ਜਾਣਦਾ, ਰੱਬ ਜਾਣਦਾ ਹੈ। ਤਾਂ ਗੁਰੂ ਜੀ ਕਹਿੰਦੇ ਨੇ, ਹੇ ਮੇਰੇ ਮਨ, ਜੋ ਕੁਛ ਕਰੀਦਾ ਹੈ ਸਭ ਥਾਈਂ ਵਿਆਪਕ ਹੋਣ ਕਰਕੇ ਉਹ ਹਰੀ ਜਾਣਦਾ ਹੈ। ਇਸ ਲਈ ਹਰ ਚੇਤ ਦਾ ਮਤਲਬ ਰੱਬੀ ਗੁਣਾਂ ਨੂੰ ਯਾਦ ਰੱਖ, ਰੱਬ ਨੂੰ ਯਾਦ ਰੱਖ ਕਿ ਉਹ ਹਰ ਥਾਂ ਤੇ ਵਿਆਪਕ ਹੈ, ਉਹ ਹਰ ਗੱਲ ਨੂੰ ਜਾਣਦਾ ਹੈ, ਮੇਰੇ ਹਰ ਗੱਲ ਨੂੰ ਸੁਣ ਰਿਹਾ ਹੈ, ਮੇਰੇ ਹਰ ਕਰਮ ਨੂੰ ਵੇਖ ਰਿਹਾ ਹੈ। ਕਿਉਂਕਿ ਵਿਆਪਕ ਹੈ ਨਾ, ਤੁਹਾਡੇ ਵਿੱਚ ਵੀ ਮੇਰੇ ਵਿੱਚ ਵੀ ਹਰ ਥਾਂ ਦੇ ਉੱਤੇ ਵਿਆਪਕ ਹੈ। ਤਾਂ ਅਸੀਂ ਕਿਵੇਂ ਕੋਈ ਚੀਜ਼ ਛੁਪਾ ਸਕਦੇ ਹਾਂ? ਆਪਣੇ ਆਪ ਤੋਂ ਅਸੀਂ ਕਿਵੇਂ ਕਰਮਾਂ ਨੂੰ ਛੁਪਾ ਸਕਦੇ ਹਾਂ? ਤਾਂ ਇਸ ਲਈ ਗੁਰੂ ਜੀ ਸਾਨੂੰ ਇੱਥੇ ਹਿਦਾਇਤ ਕਰ ਰਹੇ ਹਨ ਕਿ ਹਮੇਸ਼ਾ ਰੱਬੀ ਗੁਣਾਂ ਨੂੰ ਯਾਦ ਰੱਖੋ ਔਰ ਹਮੇਸ਼ਾ ਇਹ ਚੀਜ਼ ਯਾਦ ਰੱਖੋ ਕਿ ਕੋਈ ਵੀ ਕਰਮ ਛਿਪਿਆ ਹੋਇਆ ਨਹੀਂ ਰਹਿੰਦਾ, ਕਿਉਂਕਿ ਸਾਡਾ ਆਪਣਾ ਆਪਾ ਅੰਦਰ ਜਾਣ ਰਿਹਾ ਹੈ ਕਿ ਅਸੀਂ ਕੀ ਕਰ ਰਹੇ ਹਾਂ, ਉਹਦੇ ਮੁਤਾਬਕ ਸਾਨੂੰ ਉਹਦਾ ਫਲ ਵੀ ਮਿਲਦਾ ਰਹਿੰਦਾ ਹੈ। ਸੋ ਡਰੈ ਜੇ ਪਾਪ ਕਮਾਉਂਦਾ, ਧਰਮੀ ਵਿਗਸੇਤ। ਇੱਥੇ ਕਮਾਵਦਾ ਲਿਖਿਆ ਨਾ, ਕਮਾਉਂਦਾ ਕਰਕੇ ਪੜਾਂਗੇ, ਕਮਾਉਂਦਾ। ਤਾਂ ਪਾਪ ਕਰਨ ਵਾਲੇ ਨੂੰ ਡਰ ਲੱਗਦਾ ਹੈ ਤੇ ਧਰਮੀ ਜਿਹੜਾ ਹੈ ਵਿਗਸੇਤ ਦਾ ਮਤਲਬ ਖੁਸ਼ ਹੁੰਦਾ ਹੈ। ਧਰਮੀ ਬੰਦੇ ਦੀ ਜ਼ਿੰਦਗੀ ਦੇ ਅੰਦਰ ਖੁਸ਼ੀ ਹੈ। ਮੰਨ ਲਓ ਤੁਸੀਂ ਕਿਸੇ ਦੀ ਹੈਲਪ ਕੀਤੀ ਤਾਂ ਤੁਹਾਨੂੰ ਖੁਸ਼ੀ ਹੋਏਗੀ ਕਿ ਮੈਂ ਕੁਝ ਚੰਗਾ ਕੰਮ ਕੀਤਾ ਹੈ। ਜੇ ਤੁਸੀਂ ਕਿਸੇ ਦੇ ਨਾਲ ਪਿਆਰ ਦੇ ਨਾਲ ਮਿਲੇ ਵਰਤੇ ਤਾਂ ਤੁਹਾਨੂੰ ਖੁਸ਼ੀ ਹੋਏਗੀ ਕਿ ਮੈਂ ਚੰਗਾ, ਮੇਰਾ ਮਿਲਵਰਤਨ ਹੈ। ਪਰ ਜੇ ਕੋਈ ਚੋਰੀ ਕੀਤੀ ਹੈ ਤਾਂ ਅੰਦਰ ਡਰ ਬਣ ਜਾਏਗਾ ਕਿ ਬਾਈ ਦੀ ਵੇ ਜੇ ਪਤਾ ਲੱਗ ਗਿਆ ਤੇ ਫਿਰ ਕੀ ਹੋਏਗਾ। ਜੇ ਵਿਚਾਰ ਕਮਾਇਆ ਹੈ, ਅੰਦਰ ਡਰ ਪੈਦਾ ਹੋ ਜਾਏਗਾ ਕਿ ਬਾਈ ਚਾਂਸ ਜੇ ਪਤਾ ਲੱਗ ਗਿਆ ਤੇ ਫਿਰ ਕੀ ਹੋਏਗਾ। ਇਸ ਲਈ ਜੋ ਪਾਪ ਕਮਾ ਰਿਹਾ ਹੈ ਉਹਦੇ ਅੰਦਰ ਡਰ ਪੈਦਾ ਹੋ ਜਾਂਦਾ ਹੈ। ਤੇ ਜੋ ਧਰਮ ਕਮਾਉਂਦਾ ਹੈ, ਧਰਮ ਦਾ ਮਤਲਬ ਜੋ ਫਰਜ਼ ਪੂਰੇ ਕਰਦਾ ਹੈ, ਉਹਦੀ ਜ਼ਿੰਦਗੀ ਵਿੱਚ ਖੁਸ਼ੀ ਹੁੰਦੀ ਹੈ। ਤਾਂ ਹੁਣ ਸਾਡੇ ਕੋਲ ਦੋ ਰਾਸਤੇ ਹੋ ਗਏ, ਇੱਕ ਤਾਂ ਡਰ ਵਾਲਾ ਜੀਵਨ ਔਰ ਇੱਕ ਖੁਸ਼ੀ ਵਾਲਾ ਜੀਵਨ। ਜੇ ਅਸੀਂ ਆਪਣੇ ਫਰਜ਼ਾਂ ਨੂੰ ਪੂਰਿਆਂ ਕਰਦੇ ਹਾਂ ਇਮਾਨਦਾਰੀ ਨਾਲ ਤਾਂ ਸਾਡੀ ਜ਼ਿੰਦਗੀ ਅੰਦਰ ਖੁਸ਼ੀ ਰਹੇਗੀ, ਔਰ ਜੇ ਅਸੀਂ ਆਪਣੇ ਫਰਜ਼ਾਂ ਨੂੰ ਪੂਰੀ ਨਹੀਂ ਕਰਦੇ ਇਮਾਨਦਾਰੀ ਨਾਲ, ਫਿਰ ਸਾਡੇ ਅੰਦਰ ਡਰ ਦੀ ਭਾਵਨਾ ਪੈਦਾ ਹੋਏਗੀ। ਹੁਣ ਇਹਨਾਂ ਚੀਜ਼ਾਂ ਨੂੰ ਆਪਣੇ ਜੀਵਨ ਵਿੱਚ ਵਰਤ ਕੇ ਵੇਖੋ। ਘਰ ਪਰਿਵਾਰ ਵਿੱਚ ਜੇ ਅਸੀਂ ਘਰ ਪਰਿਵਾਰ ਦੇ ਅੰਦਰ ਸੱਚ ਨੂੰ ਆਧਾਰ ਬਣਾ ਕੇ ਆਪਣੇ ਫਰਜ਼ਾਂ ਨੂੰ ਪੂਰਿਆਂ ਕਰਦੇ ਹਾਂ ਤਾਂ ਉਸ ਪਰਿਵਾਰ ਦੇ ਮੈਂਬਰ ਨੂੰ ਕੋਈ ਡਰ ਨਹੀਂ ਹੈ, ਕਿਉਂਕਿ ਉਹ ਆਪਣੇ ਫਰਜ਼ ਪੂਰੇ ਕਰ ਰਿਹਾ ਹੈ, ਇਮਾਨਦਾਰੀ ਨਾਲ ਨਿਭਾ ਰਿਹਾ ਹੈ। ਤੇ ਜੇ ਕਿਤੇ ਕਿਸੇ ਨੇ ਫਰਜ਼ ਪੂਰਾ ਨਹੀਂ ਕੀਤਾ ਤਾਂ ਫਿਰ ਡਰ ਪੈਦਾ ਹੋਏਗਾ, ਰਿਸ਼ਤਾ ਟੁੱਟ ਸਕਦਾ ਹੈ, ਪਰਿਵਾਰ ਟੁੱਟ ਸਕਦਾ ਹੈ ਜਾਂ ਕੁਝ ਹੋਰ ਐਸਾ ਹੋ ਸਕਦਾ ਹੈ। ਇਸ ਲਈ ਗੁਰਦੇਵ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ ਕਿ ਭਾਈ ਡਰ ਪੈਦਾ ਹੋਏਗਾ ਤੁਹਾਡੇ ਆਪਣੇ ਜੀਵਨ ਵਿੱਚ ਵੀ, ਪਰਿਵਾਰਕ ਜ਼ਿੰਦਗੀ ਵਿੱਚ ਵੀ, ਸਮਾਜ ਅੰਦਰ ਵੀ, ਜੇ ਪਾਪ ਕਰਮ ਕਮਾਵਾਂਗੇ। ਤੇ ਜੇ ਅਸੀਂ ਆਪਣੇ ਫਰਜ਼ਾਂ ਨੂੰ ਪੂਰਿਆਂ ਕਰਦੇ ਹਾਂ ਤਾਂ ਇਹ ਡਰ ਜਿਹੜਾ ਹੈ ਪੈਦਾ ਨਹੀਂ ਹੋਏਗਾ, ਸਗੋਂ ਖੁਸ਼ੀ ਪੈਦਾ ਹੋਏਗੀ। ਤੂੰ ਸੱਚਾ ਆਪ ਨਿਆਉ ਸੱਚ ਤਾਂ ਡਰੀਏ ਕੇਤ।
केत ਦਾ ਮਤਲਬ ਕਿਉਂ, ਸੱਚਾ ਦਾ ਮਤਲਬ ਅਟਲ, ਨਿਆਂ ਦਾ ਮਤਲਬ ਨਿਆਂ। ਕਿ हे ਪ੍ਰਭੂ ਤੂੰ ਆਪ ਵੀ ਸੱਚਾ ਹੈ, ਤੇਰਾ ਨਿਆਂ ਵੀ ਸੱਚਾ ਹੈ, ਤੇ ਫਿਰ ਡਰ ਕਾਹਦਾ? ਕਿਉਂਕਿ ਸੱਚਾ ਨਿਆਂ ਹੋਣਾ ਹੈ ਨਾ। ਨਿਆਂ ਜਿਹੜਾ ਹੈ, ਪ੍ਰਭੂ ਦਾ ਨਿਆਂ ਬਿਲਕੁਲ ਸੱਚਾ ਹੈ, ਕੁਦਰਤ ਦਾ ਨਿਆਂ ਬਿਲਕੁਲ ਸੱਚਾ ਹੈ। ਜੇ ਅਸੀਂ ਚੰਗਾ ਸੋਚਾਂਗੇ ਤਾਂ ਉਹਦਾ ਫਲ ਸਾਨੂੰ ਚੰਗਾ ਮਿਲੇਗਾ, ਮਾੜਾ ਸੋਚਾਂਗੇ ਫਲ ਮਾੜਾ ਮਿਲੇਗਾ। ਨੈਗੇਟਿਵ ਸੋਚਾਂਗੇ ਜ਼ਿੰਦਗੀ ਵਿੱਚ ਫੇਲ ਹੋ ਜਾਵਾਂਗੇ, ਪੋਜ਼ਿਟਿਵ ਸੋਚਾਂਗੇ ਜ਼ਿੰਦਗੀ ਵਿੱਚ ਕਾਮਯਾਬ ਹੋ ਜਾਵਾਂਗੇ। ਕੁਦਰਤ ਦਾ ਨਿਆਂ ਸੱਚਾ ਹੈ, ਕਣਕ ਬੀਜਾਂਗੇ ਕਣਕ ਪੈਦਾ ਹੋਵੇਗੀ, ਜੌਂ ਬੀਜਾਂਗੇ ਜੌਂ ਪੈਦਾ ਹੋਣਗੇ। ਕੁਦਰਤ ਦੇ ਨਿਯਮ ਜਿਹੜੇ ਨੇ ਉਹ ਅਟਲ ਨੇ। ਇਸ ਲਈ ਮੈਨੂੰ ਡਰਨ ਦੀ ਲੋੜ ਨਹੀਂ ਹੈ, ਕਿਉਂਕਿ ਜੋ ਕੁਝ ਮੈਂ ਕਰਨਾ ਹੈ ਮੈਨੂੰ ਉਹਦੇ ਮੁਤਾਬਕ ਹੀ ਉਹਦਾ ਫਲ ਜਿਹੜਾ ਹੈ ਉਹ ਮਿਲ ਜਾਣਾ ਹੈ। ਹੁਣ ਕਈ ਵਾਰ ਸਾਡੇ ਆਮ ਕਰਕੇ ਸ਼ੰਕੇ ਹੋ ਜਾਂਦੇ ਨੇ ਕਿ ਜੋ ਇਸ ਦੁਨੀਆ ਵਿੱਚ ਆਮ ਬੰਦੇ ਪਾਪ ਕਰਦੇ ਨੇ ਤੇ ਉਹ ਆਪਣੀ ਚੰਗੀ ਭਲੀ ਜ਼ਿੰਦਗੀ ਜੀ ਕੇ ਜਾਂਦੇ ਨੇ, ਮੌਜਾਂ ਮਾਣਦੇ ਨੇ, ਉਹਨਾਂ ਨੂੰ ਰੱਬ ਸਜ਼ਾ ਕਿਉਂ ਨਹੀਂ ਦਿੰਦਾ? ਅਸਲ ਦੇ ਅੰਦਰ ਕੁਦਰਤ ਦੇ ਨੇਮ ਜਿਹੜੇ ਨੇ ਉਹ ਤਾਂ ਅਟਲ ਹੈ ਹੀ ਹੈ ਨੇ। ਅਸੀਂ ਹੁਣ ਆਪਣੇ ਜਿਹੜੇ ਬਣਾਏ ਨਿਯਮ ਨੇ ਨਾ, ਜਿਨ੍ਹਾਂ ਨੂੰ ਅਸੀਂ ਬਣਾਇਆ ਹੈ, ਉਹ ਨੇਮ ਜਿਹੜੇ ਨੇ ਜਾਂ ਸਾਡਾ ਆਪਣਾ ਸਿਸਟਮ ਹੈ, ਅਸੀਂ ਉਹਨੂੰ ਰੱਬ ਦੇ ਉੱਤੇ ਥੋਪ ਦਿੰਦੇ ਆ। ਜਿਹੜੇ ਹੁਣ ਕਾਨੂੰਨ ਬਣਾਏ ਨੇ ਕਿਸੇ ਵੀ ਦੇਸ਼ ਦੇ, ਇਹ ਹੁਣ ਰੱਬ ਨੇ ਨਹੀਂ ਬਣਾਏ। ਚਾਹੇ ਉਹ ਇੰਡੀਆ ਦਾ ਕਾਨੂੰਨ ਹੈ, ਇੰਗਲੈਂਡ ਕੈਨੇਡਾ ਦਾ ਹੈ, ਇਹ ਕਾਨੂੰਨ ਤੇ ਬੰਦਿਆਂ ਨੇ ਬਣਾਏ ਨੇ। ਸੜਕਾਂ, ਟ੍ਰੈਫਿਕ ਦੇ ਨੇਮ ਇਹ ਅਸੀਂ ਆਪ ਬਣਾਏ ਨੇ, ਬਾਕੀ ਕਾਨੂੰਨ ਅਸੀਂ ਆਪ ਬਣਾਏ ਨੇ। ਤਾਂ ਉਹ ਸਾਡੇ ਸਿਸਟਮ ਦਾ ਫਾਲਟ ਹੈ, ਸਾਡੇ ਬਣਾਏ ਹੋਏ ਕਾਨੂੰਨਾਂ ਦੇ ਵਿੱਚ ਗੜਬੜ ਹੈ। ਤਾਂ ਇਹ ਜਿਹੜੀਆਂ ਨੇ ਪ੍ਰੋਬਲਮਸ ਆਉਂਦੀਆਂ ਨੇ। ਉਹ ਲੋਕ ਜਿਹੜੇ ਨੇ ਰਿਸ਼ਵਤ ਦੇ ਕੇ ਜਾਂ ਕਤਲ ਕਰਕੇ ਬਚ ਜਾਂਦੇ ਨੇ ਪੈਸੇ ਦੇ ਜ਼ੋਰ ਦੇ ਨਾਲ, ਤਾਂ ਉਹਦੇ ਵਿੱਚ ਰੱਬ ਦਾ ਕੋਈ ਉਹ ਨਹੀਂ। ਸਾਡੇ ਆਪਣੇ ਬਣਾਏ ਹੋਏ ਕਾਨੂੰਨ ਨੇ। ਆਪਣੇ ਇਸ ਸਿਸਟਮ ਨੂੰ ਸੁਧਾਰਨ ਦੀ ਲੋੜ ਹੈ। ਕੁਦਰਤੀ ਨਿਯਮਾਂ ਨੂੰ ਸਮਝ ਕੇ ਆਪਣੇ ਸਿਸਟਮ ਨੂੰ ਸੁਧਾਰਨ ਦੀ ਜ਼ਰੂਰਤ ਹੈ। ਹੁਣ ਆ ਦੁਬਈ ਵਗੈਰਾ ਦੇਸ਼ ਨੇ, ਮੈਨੂੰ ਵੈਸੇ ਇਹਦੇ ਬਾਰੇ ਪੂਰਾ ਮੈਂ ਕਨਫਰਮ ਨਹੀਂ, ਕਿਉਂਕਿ ਨਾ ਮੈਂ ਕਦੇ ਗਿਆ ਹਾਂ ਨਾ, ਲੇਕਿਨ ਉੱਥੇ ਚੋਰੀਆਂ ਬਹੁਤ ਘੱਟ ਹੁੰਦੀਆਂ ਨੇ, ਬਲਾਤਕਾਰ ਦੀਆਂ ਘਟਨਾਵਾਂ ਬਹੁਤ ਘੱਟ ਹੁੰਦੀਆਂ ਨੇ। ਉਹਦਾ ਰੀਜ਼ਨ ਕੀ ਹੈ? ਕਿਉਂਕਿ ਉਹਨਾਂ ਨੇ ਸਿੱਧੀ ਗੋਲੀ ਮਾਰਨੀ ਹੈ, ਮੌਤ ਦੀ ਸਜ਼ਾ ਦੇਣੀ ਹੈ। ਇਸ ਕਰਕੇ ਉੱਥੇ ਚੀਜ਼ਾਂ ਘੱਟ ਨੇ, ਤਾਂ ਉਹਨਾਂ ਨੇ ਕੰਟਰੋਲ ਕੀਤਾ ਹੈ ਨਾ। ਤਾਂ ਜਿੱਥੇ ਇਹਨਾਂ ਚੀਜ਼ਾਂ ਵਿੱਚ ਢਿੱਲ ਹੈ ਉੱਥੇ ਥੋੜੀ ਗੜਬੜ ਹੈ। ਇਸ ਲਈ ਇਹ ਜਿਹੜੇ ਸਾਡਾ ਜਿਹੜਾ ਸਿਸਟਮ ਹੈ, ਇਹਦੇ ਵਿੱਚ ਸਾਡਾ ਆਪਣਾ ਦੋਸ਼ ਹੈ। ਸਾਨੂੰ ਆਪਣਾ ਸਿਸਟਮ ਸੁਧਾਰਨ ਦੀ ਜ਼ਰੂਰਤ ਹੈ, ਗੁਰਬਾਣੀ ਨੂੰ ਬੇਸ ਬਣਾ ਕੇ, ਸੱਚ ਨੂੰ ਬੇਸ ਬਣਾ ਕੇ। ਤੇ ਜੇ ਜੇਕਰ ਸਮਾਜ ਦੀ ਸੰਰਚਨਾ ਕੀਤੀ ਜਾਵੇ ਤਾਂ ਫਿਰ ਇੱਥੇ ਕਾਫੀ ਕੁਝ ਸੁਧਾਰ ਜਿਹੜਾ ਹੋ ਸਕਦਾ ਹੈ। ਜਿਵੇਂ ਰੱਬ ਸੱਚ ਹੈ, ਉਹਦਾ ਨਿਆਂ ਵੀ ਜਿਹੜਾ ਸੱਚ ਹੈ। ਹੁਣ ਕੁਦਰਤ ਦਾ ਨਿਆਂ ਸੱਚਾ ਹੈ। ਜੇਕਰ ਮਤਲਬ ਕਣਕ ਬੀਜੋਗੇ ਤੇ ਕਣਕ ਹੀ ਪੈਦਾ ਹੋਏਗੀ, ਜੌਂ ਬੀਜੋਗੇ ਜੌਂ ਹੀ ਪੈਦਾ ਹੋਣਗੇ। ਪਰ ਇਹ ਜਿਹੜਾ ਸਾਡਾ ਆਪਣਾ ਸਿਸਟਮ ਬਣਾਇਆ ਹੋਇਆ ਹੈ, ਇਹਦੇ ਵਿੱਚ ਗੜਬੜ ਹੈ। ਤਾਂ ਸਾਨੂੰ ਆਪ ਇਧਰ ਧਿਆਨ ਦੇਣ ਦੀ ਜ਼ਰੂਰਤ ਹੈ, ਸੱਚ ਦੇ ਨਾਲ ਜੁੜਨ ਦੀ ਲੋੜ ਹੈ। ਤਾਂ ਗੁਰੂ ਜੀ ਕਹਿੰਦੇ ਨੇ, हे ਪ੍ਰਭੂ ਜਦੋਂ ਤੂੰ ਆਪ ਸੱਚਾ ਹੈ, ਤੇਰਾ ਨਿਆਂ ਸੱਚਾ ਹੈ, ਤਾਂ ਮੈਨੂੰ ਡਰਨ ਦੀ ਜ਼ਰੂਰਤ ਹੀ ਨਹੀਂ ਹੈ। ਡਰ ਤੇ ਤਾਂ ਹੈ ਜੇ ਤੂੰ ਬੇਨਿਆਈ ਕਰਦਾ ਹੋਏ। ਤੇਰੇ ਘਰ ਦੇ ਵਿੱਚ ਬੇਨਿਆਈ ਹੈ ਹੀ ਨਹੀਂ ਹੈ। ਨਾ ਜਿੰਨਾ ਨਾਨਕ ਸੱਚ ਪਛਾਣਿਆ ਸੇ ਸੱਚ ਰਲੇਤ। ਦੇਖੋ ਇੱਥੇ ਪਹਿਲੇ ਸੱਚ ਦੇ ਚੱਚੇ ਨਾਲ ਔਂਕੜ ਹੈ ਤੇ ਦੂਜੇ ਸੱਚ ਦੇ ਚੱਚੇ ਨਾਲ ਸਿਹਾਰੀ ਹੈ। ਪਹਿਲਾ ਸੱਚ ਨਾਉਨ ਹੈ ਔਰ ਸਿੰਗੂਲਰ ਹੈ। ਜਿਨ੍ਹਾਂ ਨਾਨਕ, ਇੱਥੇ ਰੁਕਾਂਗੇ, ਸੱਚ ਪਛਾਣਿਆ। हे ਨਾਨਕ, ਜਿਨ੍ਹਾਂ ਨੇ ਸੱਚ ਦੀ ਪਹਿਚਾਨ ਕਰ ਲਈ ਹੈ, ਜਿਨ੍ਹਾਂ ਨੇ ਸੱਚ ਦੀ ਪਛਾਣ ਕਰ ਲਈ ਹੈ, ਸੇ ਸੱਚ ਰਲੇਤ। ਰਲੇਤ ਦਾ ਮਤਲਬ ਰਲ ਜਾਂਦੇ ਨੇ। ਉਹ ਸੱਚ ਦੇ ਵਿੱਚ ਹੀ ਰਲ ਜਾਂਦੇ ਨੇ, ਉਹ ਸੱਚ ਦਾ ਹੀ ਰੂਪ ਹੋ ਜਾਂਦੇ ਨੇ, ਰੱਬ ਦਾ ਹੀ ਰੂਪ ਹੋ ਜਾਂਦੇ ਨੇ, ਰੱਬ ਦੇ ਵਿੱਚ ਹੀ ਮਿਲ ਜਾਂਦੇ ਨੇ। ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਜੋਤ ਸਮਾਨਾ। ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਉਹਨਾਂ ਦੀ ਭਟਕਣਾ ਮਿਟ ਜਾਂਦੀ ਹੈ, ਉਹ ਸੱਚ ਦੇ ਅੰਦਰ ਥਿਰ ਹੋ ਜਾਂਦੇ ਨੇ, ਰੱਬ ਦਾ ਹੀ ਉਹ ਰੂਪ ਹੋ ਜਾਂਦੇ ਨੇ। ਉਹਨਾਂ ਦੇ ਅੰਦਰ ਕੋਈ ਔਗਣ, ਕੋਈ ਪਾਪ, ਕੋਈ ਵਿਕਾਰ ਨਹੀਂ ਰਹਿ ਜਾਂਦਾ। ਜਿਨ੍ਹਾਂ ਨੇ ਸੱਚ ਦੀ ਪਹਿਚਾਨ ਕਰ ਲਈ ਹੈ, ਤੇ ਸੱਚ ਦੀ ਪਹਿਚਾਨ ਹੋਏਗੀ ਗੁਰੂ ਗਿਆਨ ਮੁਤਾਬਕ। ਇਸ ਲਈ ਅਸੀਂ ਯਤਨ ਕਰੀਏ ਕਿ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਅਸੀਂ ਆਪ ਪੜ੍ਹੀਏ, ਗੁਰਬਾਣੀ ਦੀ ਵਿਚਾਰ ਕਰੀਏ ਔਰ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਣ ਦਾ ਯਤਨ ਕਰੀਏ। ਅਗਲਾ ਸ਼ਲੋਕ ਵੀ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਹੈ। ਗੁਰੂ ਜੀ ਕਹਿੰਦੇ ਹਨ, ਕਲਮ ਜਲੋ ਸਣ ਮਸਵਾਣੀਏ, ਕਾਗਦ ਪੀ ਜਲ ਜਾਓ।
कलम का मतलब कलम, मसवाणी का मतलब दवात, कागज का मतलब कागज, जल जाओ का मतलब सड़ जाए। गुरु जी कहते ने सड़ जाए वो कलम ਸਮੇਤ ਦਵਾਤ ਦੇ ਸਣ। ਮਸਵਾਣੀ ਦਾ ਮਤਲਬ ਦਵਾਤ ਸਮੇਤ, ਦਵਾਤ ਦੇ ਸਮੇਤ ਉਹ ਕਲਮ ਸੜ ਜਾਏ ਤੇ ਉਹ ਕਾਗਜ਼ ਵੀ ਸੜ ਜਾਏ। ਲਿਖਣ ਵਾਲਾ ਜਲ ਬਲੋ, ਜਿਨ ਲਿਖਿਆ ਦੂਜਾ ਭਾਉ। ਲਿਖਣ ਵਾਲਾ ਜਿਹੜਾ ਹੈ ਜਲ ਬਲੋ ਦਾ ਮਤਲਬ ਸੜ ਮਰੇ, ਜਿਨ ਲਿਖਿਆ ਦੂਜਾ ਭਾਵ ਦਾ ਮਤਲਬ ਜਿਨਨੇ द्वैत ਭਾਵ ਲਿਖ ਦਿੱਤਾ ਹੈ। ਯਾਨੀ ਉਹ ਕਲਮ, ਉਹ ਦਵਾਤ, ਉਹ ਕਾਗਜ਼, ਉਹ ਲਿਖਣ ਵਾਲਾ ਜਲ ਬਲੋ ਦਾ ਮਤਲਬ ਖਤਮ ਹੋ ਜਾਣ, ਜਿਨ੍ਹਾਂ ਨੇ ਦੂਜਾ ਭਾਵ ਜਿਨਨੇ ਲਿਖਿਆ ਹੈ, द्वैत ਭਾਵ ਲਿਖਿਆ ਹੈ, ਜਿਨ੍ਹਾਂ ਦੇ ਅੰਦਰ ਮੇਰ ਤੇਰ ਦੇ ਵਿਤਕਰੇ ਲਿਖੇ ਨੇ, ਜਾਂ ਇੱਕ ਪ੍ਰਭੂ ਨੂੰ ਛੱਡ ਕੇ ਕਿਸੇ ਹੋਰ ਦੀ ਪ੍ਰੀਤ ਲਿਖੀ ਹੈ, ਜਾਂ ਜਿਹੜੇ ਲੋਕ ਨੇ ਸੱਚ ਦੀ ਬਜਾਏ ਕਿਸੇ ਹੋਰ ਪਾਸੇ ਸਾਨੂੰ ਤੋਰ ਰਹੇ ਨੇ, ਤਾਂ ਉਹ ਤਿਆਗਣ ਯੋਗ ਨੇ। ਜਲ ਜਾਓ ਦਾ ਮਤਲਬ ਤਿਆਗਣ ਯੋਗ ਨੇ ਉਹ ਸਾਰੀਆਂ ਚੀਜ਼ਾਂ, ਉਹਨਾਂ ਦਾ ਕੋਈ ਲਾਭ ਨਹੀਂ ਹੈ। ਹੁਣ ਤੁਹਾਨੂੰ ਬਹੁਤ ਸਾਰਾ ਲਿਟਰੇਚਰ ਐਸਾ ਮਿਲ ਜਾਏਗਾ ਜਿਹਦੇ ਉੱਤੇ ਜੰਤਰ ਮੰਤਰ ਲਿਖੇ ਹੋਣਗੇ, ਕਾਲੇ ਇਲਮ ਦੀ ਸ਼ਕਤੀ ਲਿਖੀ ਹੈ। ਅਖਬਾਰਾਂ ਦੇ ਵਿੱਚ ਤੁਹਾਨੂੰ ਐਸੀ ਐਡ ਮਿਲ ਜਾਂਦੀਆਂ ਨੇ ਕਿ 24 ਘੰਟਿਆਂ ਦੇ ਅੰਦਰ ਸਮੱਸਿਆਵਾਂ ਦਾ ਹੱਲ, ਕੀਤੇ ਕਿਰਾਏ ਦਾ ਹੱਲ, सावधान, काले इलम से मौत भी हो सकती है। ऐसा कुछ बड़ा सारा लिटरेचर लिखा मिल सकता है कि तुसी ए मंत्र दा जाप करोगे तो तुहानू ए मिल जाएगा। ਜਾਂ मतलब किन्ने सारा ऐसा लिटरेचर है जो मनुखता दे रास्ते तो दूर ले जाता है, जो इंसानियत तो दूर ले जाता है, सच तो दूर ले जाता है। ऐसा लिटरेचर जो इंसानां दे अंदर नफरत पैदा करता है, तो वो लिटरेचर जिहड़ा है खत्म करन योग है, त्यागण योग है। जिथों मेर तेर दे वितकरे पैदा होने ने, जिथों सच की बजाय किसी होर दे नाल प्रीत पैनी है, तो उस लिटरेचर का कोई फायदा नहीं। वो कलम, वो स्याही, वो कागज, वो लिखण वाला निरर्थक है। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿਨ੍ਹਾਂ ਨੇ ਕੇਵਲ ਦੂਜਾ ਭਾਵ ਮਾਇਆ ਦਾ ਪਿਆਰ ਲਿਖ ਦਿੱਤਾ ਹੈ, ਰੱਬ ਨੂੰ ਛੱਡ ਕੇ। ਮਾਇਆ ਦਾ ਮਤਲਬ ਉਹ ਸੋਚ ਜੋ ਸਾਨੂੰ ਸੱਚ ਨਾਲੋਂ ਤੋੜਦੀ ਹੈ, ਉਹ ਸੋਚ ਜੋ ਸਾਡੇ ਅੰਦਰ ਸਵਾਰਥ ਪੈਦਾ ਕਰਦੀ ਹੈ, ਉਹ ਸੋਚ ਜਿਸ ਤਰ੍ਹਾਂ ਹੀ ਸਾਡੇ ਅੰਦਰ ਮੇਰ ਤੇਰ ਦੇ ਵਿਤਕਰੇ ਪੈਦਾ ਹੁੰਦੇ ਨੇ। ਜਿਨ੍ਹਾਂ ਨੇ ਐਸੀਆਂ ਚੀਜ਼ਾਂ ਲਿਖੀਆਂ ਨੇ ਉਹ ਤਿਆਗਣ ਯੋਗ ਨੇ। ਯਾਨੀ ਸਾਨੂੰ ਇੱਕ ਪ੍ਰਭੂ ਦੇ ਨਾਲ, ਸੱਚ ਦੇ ਨਾਲ ਪ੍ਰੀਤ ਪਾਣੀ ਚਾਹੀਦੀ ਹੈ। ਨਾਨਕ ਪੂਰਬ ਲਿਖਿਆ ਕਮਾਵਣਾ, ਅਵਰ ਨਾ ਕਰਨਾ ਜਾਏ। ਹੁਣ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ हे ਨਾਨਕ, ਜੋ ਪੂਰਬ ਲਿਖਿਆ ਹੈ ਉਹੀ ਬੰਦੇ ਨੂੰ ਕਮਾਉਣਾ ਪੈਂਦਾ ਹੈ, ਹੋਰ ਕੁਝ ਬੰਦਾ ਜਿਹੜਾ ਹੈ ਉਹ ਕਰ ਨਹੀਂ ਸਕਦਾ। ਹੁਣ ਪੂਰਬ ਲਿਖਿਆ ਜਿਹੜਾ ਲੇਖ ਹੈ ਨਾ, ਇਹਦੇ ਬਾਰੇ ਵੈਸੇ ਤੇ ਅਸੀਂ ਕਈ ਵਾਰ ਵਿਚਾਰ ਕਰ ਚੁੱਕੇ ਹਾਂ, ਲੇਕਿਨ ਮੈਂ ਥੋੜਾ ਜਿਹਾ ਫਿਰ ਆਪ ਦੇ ਨਾਲ ਸਾਂਝਾ ਕਰਦੇ ਹਾਂ। ਮਨੁੱਖ ਜੋ ਜੋ ਕਰਮ ਕਰਦਾ ਹੈ ਉਹਦੇ ਦੋ ਸਿੱਟੇ ਨਿਕਲਦੇ ਨੇ। ਇੱਕ ਤੇ ਜ਼ਾਹਰਾ ਦਿਸਣ ਵਾਲਾ ਸਿੱਟਾ ਨਿਕਲਦਾ ਹੈ, ਜੋ ਪੈਸੇ ਦਾ ਹਾਨੀ ਜਾਂ ਲਾਭ ਮਿਲਦਾ ਹੈ ਸਾਨੂੰ। ਇੱਕ ਕਰਮ ਕੀਤਾ ਤੇ ਉਹਦਾ ਲਾਹਾ ਨਿਕਲਿਆ ਵੀ ਸਾਨੂੰ ਪੈਸੇ ਵਿੱਚ ਲਾਭ ਹੋ ਗਿਆ ਜਾਂ ਘਾਟਾ ਪੈ ਗਿਆ, ਇੱਕ ਸਿੱਟਾ ਤੇ ਇਹ ਨਿਕਲਦਾ ਹੈ। ਤੇ ਦੂਜਾ ਅਸਰ ਉਹਦਾ ਮਨ ਦੇ ਉੱਤੇ ਪੈਂਦਾ ਹੈ। ਮਨ ਦੇ ਅੰਦਰ ਜਿਹੜਾ ਅਸਰ ਪੈਂਦਾ ਹੈ ਉਹਦੇ ਵਾਸਤੇ ਅਸੀਂ ਸੰਸਕਾਰ ਸ਼ਬਦ ਵਰਤ ਸਕਦੇ ਹਾਂ। ਚੰਗੇ ਕੰਮ ਦਾ ਚੰਗਾ ਸੰਸਕਾਰ ਔਰ ਮੰਦੇ ਕੰਮ ਦਾ ਮੰਦਾ ਸੰਸਕਾਰ ਅੰਦਰ ਪੈਦਾ ਹੁੰਦਾ ਹੈ। ਕਿਸੇ ਚੰਗੇ ਜਾਂ ਮੰਦੇ ਕਰਮ ਦਾ ਚੰਗਾ ਜਾਂ ਮੰਦਾ ਹੋਣਾ ਇਹ ਕਰਮ ਦੀ ਬਾਹਰਲੀ ਦਿਸਦੀ ਵਿਧੀ ਜਾਂ ਤਰੀਕੇ ਤੋਂ ਨਹੀਂ ਜਾ ਸਕਦਾ। ਇਹ ਵੀ ਮਨ ਦੀ ਭਾਵਨਾ ਦੇ ਅਧੀਨ ਹੈ ਕਿ ਕਰਮ ਚੰਗਾ ਹੈ ਜਾਂ ਮਾੜਾ ਹੈ, ਉਹਦੇ ਪਿੱਛੇ ਭਾਵਨਾ ਕੀ ਹੈ ਉਹਦੇ ਤੋਂ ਪਤਾ ਲੱਗੇਗਾ। ਜਿਵੇਂ ਆਪਾਂ ਪਹਿਲਾਂ ਕਈ ਵਾਰ ਮਿਸਾਲ ਦਿੱਤੀ ਹੈ ਕਿ ਗੰਗੂ ਸੱਚ ਬੋਲ ਰਿਹਾ ਹੈ। ਜਦੋਂ ਅਸੀਂ ਬਾਹਰੀ ਤੌਰ ਤੇ ਦੇਖਦੇ ਹਾਂ ਤਾਂ ਗੰਗੂ ਸੱਚ ਬੋਲ ਰਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਔਰ ਬੱਚੇ ਮੇਰੇ ਘਰ ਵਿੱਚ ਨੇ। ਜੇ ਤਾਂ ਅਸੀਂ ਇਸ ਕੰਮ ਨੂੰ ਬਾਹਰੀ ਤੌਰ ਤੇ ਵੇਖੀਏ ਤਾਂ ਗੱਲ ਤਾਂ ਸੱਚੀ ਹੈ, ਝੂਠ ਨਹੀਂ ਹੈ। ਲੇਕਿਨ ਇਸ ਕਰਮ ਦੀ ਪਰਖ ਕਰਨੀ ਹੈ ਸੋਚ ਪਿੱਛੇ ਕਿ ਇਹਦੇ ਪਿੱਛੇ ਸੋਚ ਕੀ ਹੈ। ਸੋਚ ਉਹਦੀ ਇਹ ਹੈ ਕਿ ਇਹਨਾਂ ਤਿੰਨਾਂ ਨੂੰ ਕੈਦ ਕਰਾ ਕੇ ਮੌਤ ਦੇ ਮੂੰਹ ਵਿੱਚ ਪਵਾ ਕੇ ਤੇ ਆਪਣੇ ਪਰਿਵਾਰ ਵਾਸਤੇ ਇਨਾਮ ਲਵਾਂ। ਹੁਣ ਇਹ ਸੋਚ ਮਾੜੀ ਹੈ ਨਾ, ਇਸ ਲਈ ਇਹ ਸੱਚ ਨਹੀਂ ਹੈ, ਖਤਰਨਾਕ ਹੈ। ਇਹ ਕਰਮ ਗਲਤ ਹੈ ਕਿਉਂਕਿ ਸੋਚ ਮਾੜੀ ਹੈ। ਦੂਜੇ ਪਾਸੇ ਗਨੀ ਖਾਂ, ਨਬੀ ਖਾਂ,
ਜਿਨ੍ਹਾਂ ਨੂੰ ਪੁੱਛਿਆ ਜਾਂਦਾ ਹੈ ਕਿ ਇਹ ਕੌਣ ਹੈ ਤੇ ਉਹ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਨਹੀਂ, ਇਹ ਉੱਚ ਦਾ ਪੀਰ ਹੈ। ਜੇ ਬਾਹਰੀ ਤੌਰ ਤੇ ਵੇਖੀਏ ਤਾਂ ਗੱਲ ਤਾਂ ਝੂਠ ਹੈ, ਉੱਚ ਦਾ ਪੀਰ ਤਾਂ ਨਹੀਂ ਹੈ, ਤਾਂ ਗੁਰੂ ਗੋਬਿੰਦ ਸਿੰਘ। ਪਰ ਇਸ ਕਰਮ ਨੂੰ ਐਵੇਂ ਨਹੀਂ ਪਰਖਿਆ ਜਾਣਾ, ਇਹਦੇ ਪਿੱਛੇ ਸੋਚ ਕੀ ਹੈ, ਮੈਂਟੈਲਿਟੀ ਕੀ ਹੈ। ਇਹਦੇ ਪਿੱਛੇ ਸੋਚ ਇਹ ਹੈ ਕਿ ਜੇ ਅੱਜ ਗੁਰੂ ਗੋਬਿੰਦ ਸਿੰਘ ਸ਼ਰੀਰ ਕਰਕੇ ਬਚਣਗੇ ਤਾਂ ਦੁਨੀਆ ਦੇ ਉੱਤੇ ਧਰਮ ਬਚੇਗਾ, ਤਾਂ ਕੋਈ ਹਿਊਮਨ ਰਾਈਟਸ ਦੀ ਗੱਲ ਕਰ ਸਕੇਗਾ। ਤਾਂ ਇਸ ਲਈ ਜ਼ਰੂਰਤ ਹੈ ਕਿ ਮਨ ਦੇ ਅੰਦਰ ਜੋ ਸੋਚ ਹੈ ਨਾ ਉਹ ਕੈਸੀ ਹੈ। ਦੂਜਾ ਜਿਹੜਾ ਹੈ ਕਰਮ ਦਾ ਪ੍ਰਭਾਵ ਇਹਦੇ ਤੇ ਪੈਂਦਾ ਹੈ। ਤਾਂ ਇਹ ਕਰਮ ਜਿਹੜਾ ਹੈ ਮਨ ਦੀ ਭਾਵਨਾ ਦੇ ਅਧੀਨ ਕੀ ਹੈ, ਸੋ ਮਨੁੱਖ ਦਾ ਮਨ ਉਹਦੇ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇੱਕ ਇਕੱਠ ਹੈ। ਮਨੁੱਖ ਸਦਾ ਇਹਨਾਂ ਸੰਸਕਾਰਾਂ ਦੇ ਅਧੀਨ ਰਹਿੰਦਾ ਹੈ। ਜੇ ਇਹ ਸੰਸਕਾਰ ਚੰਗੇ ਨੇ ਸ਼ੁਰੂ ਤੋਂ ਤਾਂ ਮਨ ਭਲੇ ਪਾਸੇ ਲੈ ਜਾਏਗਾ, ਜੇ ਸੰਸਕਾਰ ਮੰਦੇ ਔਰ ਮਾੜੇ ਨੇ ਤਾਂ ਇਹ ਮਨ ਜਿਹੜਾ ਹੈ ਇਹਨੂੰ ਮਾੜੇ ਪਾਸੇ ਲੈ ਜਾਏਗਾ। ਇਸੇ ਨੂੰ ਕਹਿੰਦੇ ਨੇ ਪੂਰਬ ਲਿਖਿਆ, ਇਸੇ ਨੂੰ ਕਹਿੰਦੇ ਨੇ ਪੂਰਬ ਲਿਖਿਆ ਕਿ ਜੋ ਸੰਸਕਾਰ ਆਪਣੇ ਮਨਾਂ ਦੇ ਅੰਦਰ ਪੈਦਾ ਕੀਤੇ ਨੇ, ਜੈਸਾ ਸੁਭਾਅ ਬਣਾਇਆ ਹੈ, ਇਹਨੂੰ ਕਹਿੰਦੇ ਨੇ ਪੂਰਬ ਲਿਖਿਆ। ਪੂਰਬ ਲਿਖੇ ਦਾ ਮਤਲਬ ਇਹ ਨਹੀਂ ਕਿ ਪਿਛਲੇ ਜਨਮਾਂ ਦਾ ਲਿਖਿਆ ਹੋਇਆ ਆ ਰਿਹਾ ਹੈ, ਇਹ ਪੂਰਬ ਲਿਖਿਆ ਹੈ। ਤਾਂ ਗੁਰੂ ਜੀ ਕਹਿੰਦੇ ਨੇ ਨਾਨਕ ਪੂਰਬ ਲਿਖਿਆ ਕਮਾਵਣਾ, ਕਿ ਜੋ ਪੂਰਬਲੇ ਬਣੇ ਹੋਏ ਸੰਸਕਾਰ ਸੁਭਾਅ ਨੇ ਉਹਨਾਂ ਮੁਤਾਬਕ ਬੰਦਾ ਕਰਮ ਕਰਦਾ ਹੈ। ਅਵਰ ਨਾ ਕਰਨਾ ਜਾਏ, ਹੋਰ ਕੁਝ ਕੀਤਾ ਨਹੀਂ ਜਾ ਸਕਦਾ। ਇਹਨਾਂ ਕਰਮਾਂ ਨੂੰ ਕਿਵੇਂ ਬਦਲਿਆ ਜਾ ਸਕਦਾ ਹੈ? ਵਰਤਨ ਰਾਤੇ ਸਰਾਧਾਂ ਦੇ ਨਾਲ ਤੇ ਬਣੇ ਨੇ ਕਰਮ ਮਿਟਨੇ ਨਹੀਂ, ਜਪ ਤਪ ਸੰਜਮ ਝੂਠੇ ਕਰਨ ਦੇ ਨਾਲ ਮਿਟਨੇ ਨਹੀਂ। ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ ਕਿ ਇਹ ਜੋ ਪੂਰਬਲੇ ਸਾਡੇ ਕੀਤੇ ਹੋਏ ਕਰਮ ਨੇ, ਮੀਨਸ ਕਿ ਜਿਹੜੇ ਸਾਡੇ ਬਣੇ ਹੋਏ ਸੰਸਕਾਰ ਨੇ, ਉਹਨਾਂ ਮੁਤਾਬਕ ਹੀ ਬੰਦਾ ਕਰਮ ਕਰੀ ਜਾਂਦਾ ਹੈ। ਇਸ ਲਈ ਕਰਮ ਕਰਨ ਲੱਗਿਆਂ, ਕੋਈ ਸੋਚਣ ਲੱਗਿਆਂ ਸਾਨੂੰ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਜੋ ਵੀ ਅਸੀਂ ਸੋਚ ਰਹੇ ਹਾਂ, ਜੋ ਅਸੀਂ ਬੋਲ ਰਹੇ ਹਾਂ, ਜੋ ਅਸੀਂ ਕਰ ਰਹੇ ਹਾਂ, ਉਹਨੇ ਸਾਡੇ ਅੰਦਰ ਇੱਕ ਸੰਸਕਾਰ ਪੈਦਾ ਕਰਨਾ ਹੈ। ਹੌਲੇ ਹੌਲੇ ਸਾਡਾ ਸੁਭਾਅ ਬਣਨਾ ਹੈ, ਸਾਡੀ ਆਦਤ ਬਣ ਜਾਣੀ ਹੈ, ਉਹਦੇ ਮੁਤਾਬਕ ਫਿਰ ਅਸਾਂ ਜ਼ਿੰਦਗੀ ਜੀਣੀ ਹੈ। ਇਸ ਲਈ ਚੰਗਾ ਸੋਚੋ, ਚੰਗਾ ਬੋਲੋ, ਚੰਗਾ ਵੇਖੋ, ਚੰਗਾ ਕਮਾਓ, ਪੋਜ਼ਿਟਿਵ ਰਹੋ, ਪੋਜ਼ਿਟਿਵ ਸੋਚੋ ਔਰ ਖੁਸ਼ ਰਹੋ, ਪ੍ਰਸੰਨ ਰਹੋ, ਸੱਚ ਦੇ ਨਾਲ ਜੁੜੇ ਰਹੋ। ਸੁਭਾਅ ਚੰਗਾ ਬਣ ਜਾਏਗਾ ਔਰ ਬੰਦਾ ਚੰਗੇ ਪਾਸੇ ਜਾਏਗਾ। ਹੋਰ ਕੂੜ ਪੜਨਾ, ਕੂੜ ਬੋਲਣਾ, ਮਾਇਆ ਨਾਲ ਪਿਆਰ। ਗੁਰੂ ਜੀ ਕਹਿੰਦੇ ਨੇ ਜੋ ਮਾਇਆ ਸੰਬੰਧੀ ਪੜਨਾ ਵਿਅਰਥ ਹੈ, ਬੋਲਣਾ ਵਿਅਰਥ ਹੈ, ਕਿਉਂਕਿ ਇਹ ਉਦਮ ਮਾਇਆ ਦੇ ਨਾਲ ਪਿਆਰ ਵਧਾਉਂਦੇ ਨੇ। ਤੇ ਯਾਦ ਰੱਖਣਾ, ਮਾਇਆ ਦੀ ਵਿਆਖਿਆ ਜਿਹੜੀ ਹੈ ਸਾਡੇ ਬਹੁਤ ਸਾਰੇ ਵੀਰਾਂ ਨੇ ਗਲਤ ਢੰਗ ਦੇ ਨਾਲ ਕੀਤੀ ਹੈ। ਇਹ ਆਪਾਂ ਵਿਚਾਰ ਕਰੀਬ ਹਰ ਰੋਜ਼ ਹੀ ਹੋ ਜਾਂਦੀ ਹੈ। ਜਿੱਥੇ ਮਾਇਆ ਸ਼ਬਦ ਆਏਗਾ ਤਾਂ ਸਾਨੂੰ ਇਹ ਵਿਚਾਰ ਕਰਨੀ ਬਣਦੀ ਹੈ। ਇੱਥੇ ਮਾਇਆ ਦਾ ਮਤਲਬ ਪੈਸਾ ਜਾਂ ਪ੍ਰੋਪਰਟੀ ਨਹੀਂ ਹੈ। ਮਾਇਆ ਦਾ ਮਤਲਬ ਉਹ ਸੋਚ, ਜੋ ਸਾਡੀ ਸੋਚ ਸਾਨੂੰ ਰੱਬ ਨਾਲੋਂ ਤੋੜਦੀ ਹੈ, ਸੱਚ ਨਾਲੋਂ ਤੋੜਦੀ ਹੈ। ਉਹ ਸੋਚ ਜੋ ਸਾਡੇ ਅੰਦਰ ਮੇਰ ਤੇਰ ਦੇ ਵਿਤਕਰੇ ਪੈਦਾ ਕਰਦੀ ਹੈ, ਉਹ ਸੋਚ ਜੋ ਸਾਡੇ ਅੰਦਰ ਸੈਲਫਿਸ਼ਨੈਸ ਪੈਦਾ ਕਰਦੀ ਹੈ। ਇਸ ਸੋਚ ਬਾਰੇ ਪੜ੍ਹਨਾ, ਜਿਹੜੀ ਪੜ੍ਹਾਈ ਇਸ ਸੋਚ ਵਾਲੇ ਪਾਸੇ ਲੈ ਜਾਏ, ਜਿਹੜੇ ਬੋਲ ਸਾਨੂੰ ਇਹ ਸੋਚ ਦੇ ਨਾਲ ਜੋੜ ਦੇਣ, ਤਾਂ ਉਹ ਬੋਲਣਾ ਔਰ ਉਹ ਪੜ੍ਹਨਾ ਵਿਅਰਥ ਹੈ, ਬੇਕਾਰ ਹੈ, ਉਹਦਾ ਕੋਈ ਲਾਭ ਨਹੀਂ ਹੈ, ਕਿਉਂਕਿ ਸਾਡੇ ਅੰਦਰ ਸੋਚ ਮਾੜੀ ਪੈਦਾ ਕਰ ਰਿਹਾ ਹੈ। ਇਸ ਲਈ ਗੁਰੂਦੇਵ ਨੇ ਪਾਵਨ ਬਾਣੀ ਵਿੱਚ ਬਚਨ ਕੀਤਾ ਹੈ ਨਾ, ਵਿਦਿਆ ਵਿਚਾਰੀ ਤਾਂ ਪਰ ਉਪਕਾਰੀ, ਕਿ ਵਿਦਿਆ ਦਾ ਵਿਚਾਰਵਾਨ ਤਾਂ ਹੀ ਕਿਹਾ ਜਾ ਸਕਦਾ ਹੈ ਬੰਦੇ ਨੂੰ ਜੇ ਇਹਦੇ ਅੰਦਰ ਪਰ ਉਪਕਾਰ ਦੀ ਭਾਵਨਾ ਹੈ, ਜੇ ਕਿਸੇ ਦਾ ਇਹ ਸਹਿਯੋਗ ਕਰਦਾ ਹੈ। ਤੇ ਜੇ ਉਸ ਵਿਦਿਆ ਦਾ ਮਿਸਯੂਜ਼ ਕਰਦਾ ਹੈ, ਇੱਕ ਪੜ੍ਹਿਆ ਲਿਖਿਆ ਬੰਦਾ ਰਿਸ਼ਵਤ ਲੈ ਰਿਹਾ ਹੈ, ਇੱਕ ਪੜ੍ਹਿਆ ਲਿਖਿਆ ਬੰਦਾ ਡੁਪਲੀਕੇਟ ਦਵਾਈਆਂ ਤਿਆਰ ਕਰ ਰਿਹਾ ਹੈ, ਇੱਕ ਪੜ੍ਹਿਆ ਲਿਖਿਆ ਬੰਦਾ ਜੇਕਰ ਉਹ ਬੰਬ ਧਮਾਕੇ ਕਰਦਾ ਹੈ, ਤਾਂ ਫਿਰ ਉਹਦਾ ਫਾਇਦਾ ਕੀ ਹੋਇਆ? ਪੜ੍ਹਾਈ ਦਾ, ਐਜੂਕੇਸ਼ਨ ਦਾ ਫਾਇਦਾ ਕੀ ਹੋਇਆ? ਗਿਆਨ ਦਾ ਲਾਭ ਕੀ ਹੋਇਆ? ਗਿਆਨ ਦੀ ਗਲਤ ਵਰਤੋਂ ਕੀਤੀ ਨਾ। ਇਸ ਲਈ ਗੁਰੂ ਜੀ ਇੱਥੇ ਉਸ ਚੀਜ਼ ਦੀ ਗੱਲ ਕਰ ਰਹੇ ਨੇ। ਇਹ ਨਹੀਂ ਕਿ ਪੜ੍ਹਨਾ ਬੇਕਾਰ ਹੈ, ਪੜ੍ਹਨਾ ਅਤਿਅੰਤ ਜ਼ਰੂਰੀ ਹੈ, ਵਿਦਿਆ ਚਾਹੀਦੀ ਹੈ, ਗਿਆਨ ਚਾਹੀਦਾ ਹੈ, ਲੇਕਿਨ ਗਿਆਨ ਦੀ ਸਹੀ ਵਰਤੋਂ ਕਰੇ। ਉਹ ਪੜ੍ਹਨਾ, ਉਹ ਬੋਲ ਬੋਲਣੇ ਜੋ ਸਾਨੂੰ ਮਾਇਆ ਦੇ ਨਾਲ ਜੋੜ ਦੇਣ, ਜਿਹੜੀ ਮੈਂਟੈਲਿਟੀ ਦੀ ਮੈਂ ਗੱਲ ਕਰ ਰਿਹਾ, ਤਾਂ ਉਹ ਜਿਹੜਾ ਬੇਕਾਰ ਦਾ ਰਾਸਤਾ ਹੈ, ਬੇਕਾਰ ਦੇ ਬਚਨ ਨੇ। ਐਸਾ ਪੜ੍ਹਨਾ, ਐਸਾ ਬੋਲਣਾ ਵਿਅਰਥ ਹੈ ਜੋ ਸਾਨੂੰ ਸੱਚ ਤੋਂ ਦੂਰ ਲੈ ਜਾਂਦਾ ਹੈ। ਨਾਨਕ ਵਿਣ ਨਾਵੇਂ
को थिर नहीं पढ़ पढ़ होए खुआर। गुरु जी कहते ने बिना नाम, नाम का मतलब हुक्म, बिना हुक्म नूं समझण तो, बिना हुक्म विच तुरन तो, बिना रब्बी गुणा तो कोई भी थिर नहीं है, आत्मक जीवन कोई भी नहीं जिंदा। जे सच दे नाल नहीं ना जुड़े मन बचन कर्म करके, ਤਾਂ ਉਹ ਕੋਈ ਜੀਵਨ ਨਹੀਂ ਹੈ, ਸਥਿਰ ਨਹੀਂ ਹੈ, ਉਹਨੂੰ ਆਤਮਿਕ ਜੀਵਨ ਨਹੀਂ ਮਿਲਦਾ। ਪੜ ਪੜ ਹੋਏ ਖੁਆਰ, ਬਹੁਤ ਸਾਰੇ ਐਸੇ ਲੋਕ ਨੇ ਜੋ ਹੋਰ ਪੜ੍ਹਨੀਆਂ ਪੜ ਪੜ ਕੇ ਖੁਆਰ ਹੁੰਦੇ ਨੇ। ਕਿੰਨੇ ਸਾਰੇ ਪੜ੍ਹੇ ਲੋਕ ਕਹਿ ਜਾ ਸਕਦੇ ਨੇ, ਦੇਖੋ ਇੱਕ ਅਨਪੜ੍ਹ ਹੈ, ਹੁਣ ਮੈਂ ਅਨਪੜ੍ਹ ਹਾਂ, ਮੇਰੇ ਤੇ ਤਾਂ ਦੋਸ਼ ਲੱਗ ਸਕਦਾ ਹੈ ਕਿ ਇਹ ਬੰਦਾ ਅਨਪੜ੍ਹ ਹੈ, ਇਹਦੇ ਕੋਲ ਗਿਆਨ ਨਹੀਂ ਹੈ, ਤਾਂ ਇਹ ਝੂਠ ਬੋਲਦਾ ਹੈ, ਕਿਉਂਕਿ ਗਿਆਨ ਹੀ ਨਹੀਂ, ਅਕਲ ਨਹੀਂ, ਮੌਤ ਨਹੀਂ, ਕਈ ਸ਼ਬਦ ਵਰਤੇ ਜਾਣਗੇ ਨਾ। ਮੇਰੇ ਤੇ ਤਾਂ ਇਹ ਚੀਜ਼ ਲੈ ਕੇ ਜਾਨ ਛਡਾ ਲਵਾਂ ਕਿ ਅਨਪੜ੍ਹ ਹੈ ਬੰਦਾ, ਪਰ ਇਹ ਤਾਂ ਝੂਠ ਬੋਲਦਾ, ਇਹਨੂੰ ਸਮਝ ਨਹੀਂ। ਪਰ ਜਿਹਦੇ ਕੋਲ ਮਾਸਟਰ ਡਿਗਰੀਆਂ ਨੇ ਇੱਕ ਦੋ, ਉਹ ਵੀ ਝੂਠ ਬੋਲੇ, ਫਿਰ ਤਾਂ ਪ੍ਰੋਬਲਮ ਹੈ ਨਾ, ਫਿਰ ਪੜ੍ਹਾਈ ਦਾ ਲਾਭ ਤਾਂ ਨਾ ਹੋਇਆ। ਇੱਕ ਮੂਰਖ ਬੰਦਾ ਹੈ, ਉਹ ਲਾਲਚ ਕਰ ਰਿਹਾ ਹੈ, ਬੇਗਾਨਾ ਹੱਕ ਖਾ ਰਿਹਾ ਹੈ, ਤਾਂ ਕਿਹਾ ਜਾ ਸਕਦਾ ਯਾਰ ਇਹਨੂੰ ਸਮਝ ਨਹੀਂ, ਡੰਗਰ ਬੰਦਾ ਹੈ, ਪਸ਼ੂ ਬਿਰਤੀ ਹੈ, ਝੂਠਾ ਹੈ, ਮੂਰਖ ਹੈ ਜਾਂ ਅਨਪੜ੍ਹ ਹੈ। ਪਰ ਇੱਕ ਪੜ੍ਹਿਆ ਲਿਖਿਆ ਬੰਦਾ ਵੀ ਬੇਗਾਨਾ ਹੱਕ ਖਾਏ, ਫਿਰ ਤਾਂ ਪ੍ਰੋਬਲਮ ਹੈ ਨਾ। ਤਾਂ ਫਿਰ ਤਾਂ ਪੜ੍ਹ ਕੇ ਵੀ ਖੁਆਰ ਹੋਣ ਵਾਲੀ ਗੱਲ ਨਾ, ਪੜ੍ਹੇ ਅਨਪੜ੍ਹੇ ਦੇ ਵਿੱਚ ਫਰਕ ਤਾਂ ਹੋਣਾ ਚਾਹੀਦਾ ਨਾ। ਇਸ ਲਈ ਮੋਰਲ ਐਜੂਕੇਸ਼ਨ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ। ਬੰਦੇ ਨੂੰ ਗਿਆਨ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ। ਇੱਥੇ ਪੜ੍ਹਾਈ ਦਾ ਖੰਡਨ ਨਹੀਂ ਕੀਤਾ ਜਾ ਰਿਹਾ, ਇੱਥੇ ਵਿਦਿਆ ਦੇ ਖਿਲਾਫ ਨਹੀਂ ਬੋਲਿਆ ਜਾ ਰਿਹਾ। ਗੱਲ ਸਿਰਫ ਇਹ ਹੈ ਕਿ ਜਿਹੜਾ ਵਿਦਿਆਵਾਨ ਹੈ, ਜਿਹਦੇ ਕੋਲ ਗਿਆਨ ਹੈ, ਉਹਨੂੰ ਆਪਣਾ ਗਿਆਨ ਦਾ ਸਹੀ ਯੂਜ਼ ਕਰਨਾ ਚਾਹੀਦਾ ਹੈ, ਆਪਣੀ ਵੀ ਜ਼ਿੰਦਗੀ ਚੰਗੀ ਜੀਵੇ, ਤੇ ਜਿਹੜੇ ਸਾਡੇ ਵਰਗੇ ਅਨਪੜ੍ਹ ਨੇ ਉਹਨਾਂ ਨੂੰ ਵੀ ਗਾਈਡ ਕਰੇ, ਉਹਨਾਂ ਨੂੰ ਵੀ ਚੰਗੇਰਾ ਰਾਹ ਦੱਸੇ, ਜਿਸ ਕਰਕੇ ਸਮਾਜ ਚੰਗਾ, ਸੋਹਣਾ, ਸੁਹਾਵਣਾ ਬਣ ਸਕੇ, ਜਿਸ ਕਰਕੇ ਜ਼ਿੰਦਗੀ ਚੰਗੀ ਸੁਹਾਵਣੀ ਹੋ ਸਕੇ, ਜਿਸ ਕਰਕੇ ਚਿੰਤਾਵਾਂ ਰੋਗਾਂ ਤੋਂ ਮੁਕਤੀ ਹੋ ਸਕੇ। ਪਰ ਗੁਰੂ ਜੀ ਕਹਿੰਦੇ ਨੇ ਜੇ ਨਾਮ ਨਾਲ, ਸੱਚ ਨਾਲ ਨਹੀਂ ਜੁੜੇ, ਜੇ ਹੁਕਮ ਰਜ਼ਾ ਦੇ ਅੰਦਰ ਨਹੀਂ ਚੱਲੇ, ਤਾਂ ਫਿਰ ਬਹੁਤ ਕੁਝ ਪੜ ਪੜ ਕੇ ਵੀ ਬੰਦੇ ਖੁਆਰ ਹੀ ਹੁੰਦੇ ਨੇ। ਇਸ ਲਈ ਮੇਨ ਚੀਜ਼ ਹੈ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ, ਹੁਕਮ ਦੇ ਅੰਦਰ ਤੁਰਨਾ, ਕੁਦਰਤੀ ਨਿਯਮਾਂ ਦੀ ਪਾਲਣਾ ਕਰਨੀ, ਕੁਦਰਤੀ ਨਿਯਮਾਂ ਨੂੰ ਸਮਝ ਕੇ ਜੀਵਨ ਨੂੰ ਉਚੇਰਾ ਬਣਾਉਣਾ, ਗੁਰਬਾਣੀ ਆਸ਼ੇ ਅਨੁਸਾਰ ਜ਼ਿੰਦਗੀ ਜੀਣੀ, ਤਾਂ ਸਾਡੀ ਜ਼ਿੰਦਗੀ ਚੋਂ ਖੁਆਰੀ ਮਿਟ ਸਕਦੀ ਹੈ। ਪਰ ਜੇ ਅਸੀਂ ਕਿਸੇ ਚੰਗੇ ਨਿਯਮ ਨੂੰ ਫੋਲੋ ਨਹੀਂ ਕਰਦੇ, ਸੱਚ ਨੂੰ ਫੋਲੋ ਨਹੀਂ ਕਰਦੇ, ਤਾਂ ਪੜ ਪੜ ਕੇ ਵੀ ਖੁਆਰੀ ਹੀ ਹੋਵੇਗੀ। वेद पुराण सिमृत सब शास्त्र इन पढ़िया मुक्त ना हुई। ਜਿਹੜੇ ਧਰਮ ਗ੍ਰੰਥ ਨੇ ਇਹਨਾਂ ਨੂੰ ਵੀ ਪੜ ਪੜ ਕੇ ਮੁਕਤੀ ਨਹੀਂ ਹੋਏਗੀ ਜੇ ਅਸੀਂ ਅਮਲ ਨਹੀਂ ਕਰਦੇ। वेद पुराण पढ़े का क्या गुण, खर चंदन जस भारा। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਵੇਦ ਪੁਰਾਣ ਸ਼ਾਸਤਰ ਪੜਨ ਦਾ ਲਾਭ ਕੀ ਹੈ ਜੇ ਸੱਚ ਦੇ ਨਾਲ ਨਹੀਂ ਜੁੜੇ। ਇਹ ਤੇ ਐਵੇਂ ਹੈ ਜਿਵੇਂ ਖੋਤੇ ਦੇ ਉੱਤੇ ਚੰਦਨ ਲੱਦਿਆ ਹੋਵੇ। ਜਿਵੇਂ ਖੋਤੇ ਨੂੰ ਚੰਦਨ ਦਾ ਕੋਈ ਲਾਭ ਨਹੀਂ, ਐਵੇਂ ਦਿਮਾਗ ਦੇ ਅੰਦਰ ਤੂੰ ਹੀ ਧਰਮ ਗ੍ਰੰਥਾਂ ਨੂੰ ਯਾਦ ਕਰਕੇ ਭਾਰ ਚੁੱਕੀ ਫਿਰ ਰਿਹਾ ਹੈ ਜੇ ਤੂੰ ਸੱਚ ਦੇ ਉੱਤੇ ਅਮਲ ਨਹੀਂ ਕਰਦਾ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੇ ਆਸਾ ਕੀ ਵਾਰ ਦੇ ਵਿੱਚ ਬਚਨ ਕੀਤਾ ਹੈ, ਪੜ ਪੜ ਗੱਡੀ ਲੱਦੀਆਂ, ਪੜ ਪੜ ਭਰੀਆਂ ਸਾਤ, ਪੜ ਪੜ ਬੇੜੀ ਪਾਈਆਂ, ਪੜ ਪੜ ਗੱਡੀਆਂ ਖਾਤ, ਪੜੀਆਂ ਜੀਤੇ ਬਰਸ ਬਰਸ, ਪੜੀਆਂ ਜੀਤੇ ਮਾਸ, ਪੜੀਆਂ ਜੀਤੀ ਆਰਜਾ, ਪੜੀਏ ਜੀਤੇ ਸਾਸ। ਨਾਨਕ ਲੇਖੇ ਇੱਕ ਗੱਲ ਹੋਰ ਹਉ ਮੈਂ ਚਖਣਾ ਚਾਹ। ਲੇਖੇ ਤੇ ਇੱਕ ਗੱਲ ਲੱਗਣੀ ਹੈ ਸੱਚ ਦੇ ਨਾਲ ਜੁੜਨਾ, ਲੇਖੇ ਤੇ ਇੱਕ ਗੱਲ ਲੱਗਣੀ ਹੈ ਸਚਿਆਰ ਹੋਣਾ। ਜੇ ਸਚਿਆਰ ਨਹੀਂ ਹੋਏ, ਹੁਕਮ ਵਿੱਚ ਨਹੀਂ ਤੁਰੇ, ਸੱਚ ਨਾਲ ਨਹੀਂ ਜੁੜੇ, ਤਾਂ ਬਾਕੀ ਤਾਂ ਹਉਮੈ ਦੇ ਵਾਦ ਵਿਵਾਦ ਨੇ। ਇਸ ਲਈ ਗੁਰਦੇਵ ਸਾਨੂੰ ਸਮਝਾ ਰਹੇ ਨੇ ਕਿ ਬੇਸ਼ੱਕ ਵਿਦਿਆਵਾਨ ਵੀ ਬੰਦਾ ਹੋਵੇ, ਜੇ ਉਹ ਸੱਚ ਨਾਲ ਨਹੀਂ ਜੁੜਦਾ, ਜੇ ਉਹ ਹੁਕਮ ਰਜ਼ਾ ਵਿੱਚ ਨਹੀਂ ਤੁਰਦਾ, ਤਾਂ ਉਹਦੀ ਜ਼ਿੰਦਗੀ ਵਿੱਚ ਵੀ ਖੁਆਰੀ ਹੋਏਗੀ। ਅਗਲਾ ਬਚਨ ਕਰਦੇ ਨੇ, ਹਰ ਕੀ ਵਡਿਆਈ ਵੱਡੀ ਹੈ, ਹਰ ਕੀਰਤਨ ਹਰ ਕਾ। ਵਡਿਆਈ ਦਾ ਮਤਲਬ ਸਿਫਤ ਸਲਾਹ, ਵੱਡੀ ਦਾ ਮਤਲਬ ਵੱਡੀ ਕਰਨੀ, ਸਭ ਤੋਂ ਚੰਗਾ ਜਿਹੜਾ ਕਰਮ ਹੈ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਪ੍ਰਭੂ ਦੀ ਸਿਫਤ ਸਲਾਹ ਔਰ ਉਹਦਾ ਕੀਰਤਨ ਕਰਨਾ, ਸਿਫਤ ਸਲਾਹ ਕਰਨੀ, ਇਹ ਬਹੁਤ ਵੱਡੀ ਕਰਨੀ ਹੈ। ਜ਼ਿੰਦਗੀ ਦੇ ਅੰਦਰ ਪ੍ਰਭੂ ਦੇ ਗੁਣ ਗਾਣੇ, ਸਿਫਤ ਸਲਾਹ ਕਰਨੀ, ਗੁਣਾਂ ਦਾ ਧਾਰਨੀ ਹੋਣਾ, ਜੀਵਨ ਦੇ ਅੰਦਰ ਸਭ ਤੋਂ ਵੱਡੀ ਕਰਨੀ ਇਹ ਹੋਈ ਹੈ। ਜੇ ਅਸੀਂ ਚਾਹੀਏ ਨਾ ਕਿ ਸਾਡੇ ਜੀਵਨ ਦਾ ਸਭ ਤੋਂ ਚੰਗਾ ਔਰ ਮਹਾਨ ਕਰਮ ਕੀ ਹੈ,
ਕਿ ਕਿਹੜਾ ਕੰਮ ਐਸਾ ਕਰੀਏ ਜਿਹੜਾ ਬਹੁਤ ਮਹਾਨ ਹੋਵੇ, ਸਭ ਤੋਂ ਉੱਚਾ ਸੁੱਚਾ ਹੋਵੇ। ਤਾਂ ਸਭ ਤੋਂ ਮਹਾਨ ਕਰਮ ਇਹੋ ਹੀ ਹੈ ਕਿ ਅਸੀਂ ਰੱਬੀ ਗੁਣਾਂ ਦੇ ਧਾਰਨੀ ਹੋਈਏ। ਇਸ ਤੋਂ ਵੱਡਾ ਕਰਮ ਕੋਈ ਨਹੀਂ। ਅਵਗੁਣ ਛੋੜ ਗੁਣਾ ਕੋ ਤਾਵੋ, ਕਰ ਅਵਗੁਣ ਪਛਤਾਹੀ ਜੀਓ। ਅਵਗੁਣਾਂ ਨੂੰ ਛੱਡ ਕੇ ਗੁਣਾਂ ਦੇ ਧਾਰਨੀ ਹੋਣਾ, ਇਹੀ ਸਭ ਤੋਂ ਵੱਡਾ ਕਰਮ ਹੈ। ਤਾਂ ਗੁਰੂ ਜੀ ਕਹਿੰਦੇ ਨੇ ਪ੍ਰਭੂ ਦੀ ਸਿਫਤ ਸਲਾਹ ਕਰਨੀ, ਉਹਦੇ ਗੁਣਾਂ ਦੇ ਧਾਰਨੀ ਹੋਣਾ, ਇਹ ਸਭ ਤੋਂ ਵੱਡੀ ਕਰਨੀ ਹੈ। ਇਹ ਕਰਨੀ ਕਰੋ, ਇਹਦੇ ਨਾਲ ਜੁੜੋ। ਔਰ ਤੁਸੀਂ ਦੇਖੋਗੇ ਇੱਕ ਕਾਮਨ ਗੱਲ ਜੋ ਹਰ ਸ਼ਬਦ ਵਿੱਚ ਸਾਨੂੰ ਮਿਲ ਰਹੀ ਹੈ, ਕਾਮਨ ਗੱਲ ਇੱਕ ਸਾਨੂੰ ਮਿਲ ਰਹੀ ਹੈ ਕਿ ਅਵਗੁਣਾਂ ਨੂੰ ਛੱਡ ਕੇ ਅਸੀਂ ਗੁਣਾਂ ਦੇ ਧਾਰਨੀ ਹੋਣਾ ਹੈ। ਝੂਠ ਨੂੰ ਛੱਡ ਕੇ ਸੱਚ ਦੇ ਨਾਲ ਅਸੀਂ ਜੁੜਨਾ ਹੈ। ਆਪ ਹੁਦਰਾਪਨ ਛੱਡ ਕੇ ਅਸੀਂ ਹੁਕਮ ਰਜ਼ਾ ਦੇ ਅੰਦਰ ਚੱਲਣਾ ਹੈ। ਇਹ ਚੀਜ਼ਾਂ ਸਾਨੂੰ ਕਾਮਨ ਮਿਲ ਰਹੀਆਂ ਨੇ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਚੋਂ। ਲੜੀਵਾਰ ਤੁਸੀਂ ਇਹ ਚੀਜ਼ਾਂ ਸੁਣੋਗੇ, ਪੜੋਗੇ ਤਾਂ ਤੁਹਾਨੂੰ ਇਹ ਚੀਜ਼ਾਂ ਬਿਲਕੁਲ ਸਪਸ਼ਟ ਹੁੰਦੀਆਂ ਚਲੀਆਂ ਜਾਣਗੀਆਂ। ਹਰ ਕੀ ਵਡਿਆਈ ਵੱਡੀ ਹੈ ਜਾਂ ਨਿਆਂ ਹੈ ਧਰਮ ਦਾ। ਹੁਣ ਜਿਸ ਹਰੀ ਦਾ ਧਰਮ ਦਾ ਨਿਆਂ ਹੈ, ਉਹਦੀ ਵਡਿਆਈ ਕਰਨੀ ਵੱਡੀ ਕਰਨੀ ਹੈ, ਉਹਦੀ ਵਡਿਆਈ ਕਰਨੀ ਚਾਹੀਦੀ ਹੈ। ਜਿਹਦਾ ਨਿਆਂ ਧਰਮ ਦਾ ਹੈ, ਧਰਮ ਦਾ ਮਤਲਬ ਸੱਚਾ ਹੈ, ਜਿਸ ਦਾ ਨਿਆਂ ਸੱਚਾ ਹੈ ਤਾਂ ਉਹਦੀ ਵਡਿਆਈ ਕਰਨੀ ਚਾਹੀਦੀ ਹੈ। ਨਿਆਂ ਸੱਚਾ ਕਿਵੇਂ ਹੈ ਇਹ ਆਪ ਸਮਝ ਚੁੱਕੇ ਹੋ। ਨਿਆਂ ਜਿਹੜਾ ਹੈ ਰੱਬੀ ਹੁਕਮ, ਲਾ ਆਫ ਨੇਚਰ, ਇਹ ਨਿਯਮ ਸੱਚੇ ਨੇ, ਥਿਰ ਨੇ, ਇਹਨਾਂ ਵਿੱਚ ਕੋਈ ਬਦਲਾਵ ਨਹੀਂ ਔਰ ਸਾਰਿਆਂ ਵਾਸਤੇ ਇੱਕੋ ਜਿਹੇ ਨੇ। ਜੇ ਸੂਰਜ ਸਵੇਰੇ 6 ਵਜੇ ਚੜ੍ਹਨਾ ਹੈ ਨਾ, ਤਾਂ ਉਹਨੇ 6 ਵਜੇ ਹੀ ਚੜ੍ਹਨਾ ਹੈ। ਨਿਆਂ ਹੈ ਉਹਦਾ, ਚਾਹੇ ਕੋਈ ਗਰੀਬ ਹੈ, ਅਮੀਰ ਹੈ, ਪੜ੍ਹਿਆ ਹੈ, ਅਨਪੜ੍ਹ ਹੈ, ਤੰਦਰੁਸਤ ਹੈ, ਬਿਮਾਰ ਹੈ, ਤਾਂ ਸੂਰਜ ਨੇ 6 ਵਜੇ ਦਿਸਣਾ ਤੇ ਉਹਨੇ ਦਿਸ ਪੈਣਾ। ਹਵਾ ਚੱਲ ਰਹੀ ਹੈ ਨਾ, ਤਾਂ ਕੋਈ ਗਰੀਬ ਹੈ, ਅਮੀਰ ਹੈ, ਸਾਰਿਆਂ ਨੂੰ ਬਰਾਬਰ ਲੱਗਣੀ ਹੈ। ਪਾਣੀ ਨੇ ਪਿਆਸ ਬੁਝਾਣੀ ਹੈ, ਚਾਹੇ ਕੋਈ ਗਰੀਬ ਅਮੀਰ ਹੈ, ਪੜ੍ਹਿਆ ਅਨਪੜ੍ਹਿਆ ਹੈ, ਉਹਨੇ ਸਾਰਿਆਂ ਦੀ ਪਿਆਸ ਬੁਝਾਣੀ ਹੈ। ਯਾਨੀ ਇਹ ਨਿਯਮ ਪੱਕੇ ਨੇ ਨਾ, ਇਹਨਾਂ ਦੇ ਵਿੱਚ ਕੋਈ ਬਦਲਾਵ ਨਹੀਂ ਹੈ। ਅਗਲੀ ਗੱਲ, ਜਿਵੇਂ ਆਪਾਂ ਰੋਜ਼ ਕਰਦੇ ਹਾਂ, ਕਿ ਜੇ ਕੋਈ ਮਿਹਨਤ ਕਰੇਗਾ ਤੇ ਉਹ ਕਾਮਯਾਬ ਹੋਏਗਾ, ਜੇ ਕੋਈ ਮਿਹਨਤ ਨਹੀਂ ਕਰੇਗਾ ਉਹ ਨਾਕਾਮਯਾਬ ਹੋ ਜਾਏਗਾ। ਤਾਂ ਇਹ ਨਿਆਂ ਜਿਹੜਾ ਹੈ ਸੱਚਾ ਹੈ। ਜੇ ਚੰਗੇ ਬੋਲ ਬੋਲਾਂਗੇ ਤਾਂ ਸਾਡੀ ਆਪਸ ਦੇ ਵਿੱਚ ਪ੍ਰੀਤ ਬਣੇਗੀ। ਜੇ ਅਸੀਂ ਇੱਕ ਦੂਜੇ ਨਾਲ ਮਾੜੇ ਬੋਲ ਬੋਲਾਂਗੇ ਤਾਂ ਸਾਡੀ ਆਪਸ ਦੇ ਵਿੱਚ ਪ੍ਰੀਤ ਟੁੱਟੇਗੀ। ਇਹ ਨਿਯਮ ਹੈ, ਪੱਕਾ ਨਿਆਂ ਹੈ, ਪੱਕੇ ਤੌਰ ਤੇ ਲਾਗੂ ਹੈ। ਤੂਤ ਪ੍ਰੀਤ ਗਈ ਗੁਰ ਬੋਲ, ਗੰਢ ਪ੍ਰੀਤੀ ਮਿੱਠੇ ਬੋਲ। ਤਾਂ ਗੁਰੂ ਜੀ ਕਹਿੰਦੇ ਨੇ ਪ੍ਰਭੂ ਦਾ ਜੋ ਨਿਯਮ ਹੈ, ਨਿਆਂ ਹੈ, ਉਹ ਧਰਮ ਦਾ ਹੈ, ਉਹ ਸੱਚਾ ਹੈ। ਇਸ ਲਈ ਉਹਦੀ ਸਾਨੂੰ ਵਡਿਆਈ ਕਰਨੀ ਚਾਹੀਦੀ ਹੈ, ਉਹਦੇ ਗੁਣਾਂ ਦੇ ਨਾਲ ਜੁੜਨਾ ਚਾਹੀਦਾ ਹੈ, ਉਸ ਹੁਕਮ ਰਜ਼ਾ ਦੇ ਅੰਦਰ ਚੱਲਣਾ ਚਾਹੀਦਾ ਹੈ ਜੋ ਬਿਲਕੁਲ ਸੱਚਾ ਹੈ, ਜੋ ਨਿਰਵੈਰ ਹੈ ਔਰ ਜੋ ਸਭ ਵਾਸਤੇ ਇੱਕ ਜੈਸਾ ਹੈ। ਹਰ ਕੀ ਵਡਿਆਈ ਵੱਡੀ ਹੈ ਜਾਂ ਫਲ ਹੈ ਜੀ ਕਾ। ਜੀ ਕਾ ਦਾ ਮਤਲਬ ਦਿਲ ਵਿੱਚ ਜੋ ਹੁੰਦਾ ਹੈ ਉਹਦੇ ਮੁਤਾਬਕ ਫਲ ਮਿਲਦਾ ਹੈ। ਹਰ ਕੀ ਵਡਿਆਈ ਵੱਡੀ ਹੈ। ਪ੍ਰਭੂ ਦੀ ਸਿਫਤ ਕਰਨੀ ਚੰਗੀ ਹੈ, ਕਿਉਂਕਿ ਜੋ ਮਨ ਦੇ ਵਿੱਚ ਹੁੰਦਾ ਹੈ ਉਹ ਫਲ ਜਿਹੜਾ ਬੰਦੇ ਨੂੰ ਮਿਲ ਜਾਂਦਾ ਹੈ। ਉਹ ਹੀ ਫਲ ਦਿੰਦਾ ਹੈ ਜੋ ਕੁਛ ਮਨ ਦੇ ਵਿੱਚ ਹੁੰਦਾ ਹੈ। ਹੁਣ ਇਹ ਚੀਜ਼ ਨੂੰ ਥੋੜਾ ਜਿਹਾ ਅਸੀਂ ਸਮਝਣ ਦਾ ਯਤਨ ਕਰਨਾ ਹੈ ਕਿ ਜੋ ਸਾਡੇ ਮਨ ਵਿੱਚ ਹੈ ਉਹ ਫਲ ਸਾਨੂੰ ਮਿਲ ਜਾਣਾ ਹੈ। ਇਹ ਕਿਵੇਂ ਹੈ? ਜੋ ਅਸੀਂ ਸੋਚ ਰਹੇ ਹਾਂ, ਜੇ ਮੇਰੇ ਮਨ ਦੇ ਅੰਦਰ ਈਰਖਾ ਹੈ ਤਾਂ ਮੈਨੂੰ ਉਹਦਾ ਫਲ ਮਿਲ ਹੀ ਜਾਣਾ ਹੈ ਕਿ ਮੈਂ ਅੰਦਰੇ ਅੰਦਰ ਸੜੀ ਜਾਣਾ ਹੈ। ਜੇ ਮੇਰੇ ਅੰਦਰ ਪ੍ਰੇਮ ਹੈ ਤੁਹਾਡੇ ਵਾਸਤੇ, ਮਨੁੱਖਤਾ ਵਾਸਤੇ, ਤਾਂ ਉਹਦਾ ਫਲ ਮੈਨੂੰ ਮਿਲ ਹੀ ਜਾਣਾ, ਮੈਨੂੰ ਖੁਸ਼ੀ ਮਿਲੇਗੀ, ਕਿਉਂਕਿ ਜਿੱਥੇ ਪ੍ਰੇਮ ਹੈ ਉੱਥੇ ਖੁਸ਼ੀ ਹੈ। ਜੇ ਮੇਰੇ ਅੰਦਰ ਅਹੰਕਾਰ ਹੈ ਤਾਂ ਉਹ ਅਹੰਕਾਰ ਦਾ ਕੰਡਾ ਮੈਨੂੰ ਚੁੱਭੀ ਜਾਣਾ ਹੈ, ਮੈਨੂੰ ਉਹਨੇ ਪਰੇਸ਼ਾਨ ਕਰੀ ਜਾਣਾ ਹੈ। ਜਿੱਧਰ ਜਿੱਧਰ ਮੈਂ ਜਾਵਾਂਗਾ ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹੋਮੇ ਕੰਡਾ ਹੈ, ਜਿਉਂ ਨੂੰ ਚਲ ਹੈ ਚੁਭ ਹੈ ਦੁੱਖ ਪਾਵੇਂ, ਜਮਕਾਲ ਸਹਿਸਤ੍ਰ ਡੰਡਾ ਹੈ। ਜੇ ਮੇਰੇ ਅੰਦਰ ਈਗੋ ਹੈ, ਹੋਮੇ ਹੈ, ਤਾਂ ਉਹਦਾ ਫਲ ਮੈਨੂੰ ਮਿਲ ਹੀ ਜਾਣਾ ਹੈ। ਜੇ ਇਨਫੀਰੀਓਰਿਟੀ ਕੰਪਲੈਕਸ ਹੈ ਤਾਂ ਵੀ ਉਹਦਾ ਫਲ ਮਿਲਣਾ ਹੈ, ਸੁਪਰੀਓਰਿਟੀ ਕੰਪਲੈਕਸ ਹੈ ਤਾਂ ਵੀ ਉਹਦਾ ਫਲ ਮਿਲਣਾ ਹੈ। ਜੇ ਮੇਰੇ ਅੰਦਰ ਦਇਆ ਹੈ ਤਾਂ ਵੀ ਉਹਦਾ ਫਲ ਮਿਲਣਾ ਹੈ, ਜੇ ਮੇਰੇ ਅੰਦਰ ਦਇਆ ਹੈ ਤਾਂ ਵੀ ਉਹਦਾ ਫਲ ਮਿਲਣਾ ਹੈ। ਤਾਂ ਇਸ ਲਈ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹਦੀ ਸਾਨੂੰ ਵਡਿਆਈ ਕਰਨੀ ਚਾਹੀਦੀ ਹੈ, ਜੋ ਸਾਨੂੰ ਸਾਡੇ ਕਰਮ ਦਾ ਫਲ ਦਿੰਦਾ ਹੈ। ਇਸ ਲਈ ਜੇ ਅਸੀਂ ਚੰਗਾ ਚਾਹੁੰਦੇ ਹਾਂ ਤਾਂ ਫਿਰ ਸਾਨੂੰ ਚੰਗਾ ਸੋਚਣਾ ਚਾਹੀਦਾ ਹੈ, ਸਾਨੂੰ ਚੰਗਾ ਪੜ੍ਹਨਾ ਚਾਹੀਦਾ ਹੈ, ਚੰਗਾ ਬੋਲਣਾ ਚਾਹੀਦਾ ਹੈ, ਚੰਗੇ ਸੰਸਕਾਰ ਆਪਣੀ ਜ਼ਿੰਦਗੀ ਦੇ ਅੰਦਰ ਪੈਦਾ ਕਰਨੇ ਚਾਹੀਦੇ ਨੇ।
ਇਸੇ ਨੂੰ ਕਹਿੰਦੇ ਨੇ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਇਸੇ ਨੂੰ ਕਹਿੰਦੇ ਨੇ ਜੇ ਹੀ ਸੁਰਤ ਤੇ ਹੈ ਰਾਜਾਏ। ਇਸੇ ਨੂੰ ਕਹਿੰਦੇ ਨੇ ਜੋ ਪਾਵੇ ਭਾਂਡੇ ਵਿੱਚ ਵਸਤ ਸਾਹ ਨਿਕਲੇ ਕਿਆ ਕੋਈ ਕਰੇ ਵਿਚਾਰਾ। ਇਸੇ ਨੂੰ ਕਹਿੰਦੇ ਨੇ ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ। ਤੇ ਇਸੇ ਨੂੰ ਕਹਿੰਦੇ ਨੇ ਜੈਸੀ ਇਨਪੁਟ ਵੈਸੀ ਆਊਟ। ਤਾਂ ਰੱਬ ਦੀ ਇਹ ਵਡਿਆਈ ਵੱਡੀ ਹੈ ਨਾ, ਇਸ ਲਈ ਸਾਨੂੰ ਵਡਿਆਈ ਕਰਨੀ ਚਾਹੀਦੀ ਹੈ, ਗੀਤ ਗਾਣੇ ਚਾਹੀਦੇ ਨੇ, ਸਿਫਤ ਕਰਨੀ ਚਾਹੀਦੀ ਹੈ, ਸਾਨੂੰ ਪੋਜ਼ਿਟਿਵ ਸੋਚਣਾ ਚਾਹੀਦਾ ਹੈ, ਸਕਾਰਾਤਮਕ ਸਾਨੂੰ ਹੋਣਾ ਚਾਹੀਦਾ ਹੈ, ਇੱਕ ਦੂਜੇ ਵਾਸਤੇ ਸਾਨੂੰ ਚੰਗਾ ਸੋਚਣਾ ਚਾਹੀਦਾ ਹੈ। ਕਿਉਂਕਿ ਜੋ ਅਸੀਂ ਸੋਚਾਂਗੇ, ਜੋ ਸਾਡੇ ਦਿਲ ਵਿੱਚ ਹੋਏਗਾ, ਜੋ ਸਾਡੀ ਮੈਂਟੈਲਿਟੀ ਵਿੱਚ ਹੋਏਗਾ, ਸਾਨੂੰ ਉਸੇ ਦਾ ਫਲ ਜਿਹੜਾ ਹੈ ਉਹ ਮਿਲ ਜਾਣਾ ਹੈ। ਹਰ ਕੀ ਵਡਿਆਈ ਵੱਡੀ ਹੈ ਜਾਂ ਨਾ ਸੁਣਈ ਕਹਿਆ ਚੁਗਲ ਕਾ। ਚੁਗਲ ਦਾ ਮਤਲਬ ਜਿਹੜਾ ਚੁਗਲੀ ਕਰਦਾ ਹੈ। ਹੁਣ ਚੁਗਲੀ ਕਰਨ ਵਾਲੇ ਦੀ ਬਖੀਲੀ ਕੀਤੀ ਸੁਣਦਾ ਨਹੀਂ। ਪ੍ਰਭੂ ਦੀ ਵਡਿਆਈ ਵੱਡੀ ਹੈ ਕਿਉਂਕਿ ਉਹ ਚੁਗਲ ਦੀ ਗੱਲ ਨਹੀਂ ਮੰਨਦਾ, ਚੁਗਲ ਦੀ ਗੱਲ ਸੁਣਦਾ ਨਹੀਂ। ਅਸੀਂ ਚੁਗਲਬਾਜ਼ ਦੀ ਗੱਲ ਸੁਣ ਲੈਂਦੇ ਹਾਂ। ਸਾਡੀ ਕੋਈ ਚੁਗਲੀ ਕਰੇ ਨਾ, ਕਿਸੇ ਦੀ ਚੁਗਲੀ ਸਾਡੇ ਕੋਲ ਆਣ ਕੇ ਕਰੇ, ਅਸੀਂ ਸੁਣ ਲੈਂਦੇ ਹਾਂ, ਅਸੀਂ ਉਹਨੂੰ ਮੰਨ ਵੀ ਲੈਂਦੇ ਹਾਂ ਕਿ ਫਲਾਂ ਬੰਦੇ ਨੇ ਤੁਹਾਡੇ ਖਿਲਾਫ ਐਵੇਂ ਕਿਹਾ ਹੈ। ਅਸੀਂ ਮੰਨ ਲੈਂਦੇ ਹਾਂ ਗੱਲ, ਅਸੀਂ ਉਹਨੂੰ ਕਨਫਰਮ ਨਹੀਂ ਕਰਦੇ, ਅਸੀਂ ਸੱਚ ਨੂੰ ਨਹੀਂ ਪਰਖਦੇ ਔਰ ਉਹਦੇ ਉੱਤੇ ਅਮਲ ਵੀ ਕਰ ਦਿੰਦੇ ਹਾਂ। ਕਈ ਵਾਰ ਕਿਹਾ ਕਿਸੇ ਨੇ ਕੁਝ ਹੋਰ ਹੁੰਦਾ ਹੈ ਤੇ ਕਹਿਣ ਵਾਲਾ ਜਿਹੜਾ ਹੈ ਉਹ ਕੁਝ ਹੋਰ ਕਹਿ ਦਿੰਦਾ ਹੈ ਤੇ ਉਹਦਾ ਅਰਥ ਜਿਹੜਾ ਬਿਲਕੁਲ ਉਲਟ ਨਿਕਲ ਜਾਂਦਾ ਹੈ। ਜਿਵੇਂ ਤੁਸੀਂ ਮੇਰੀ ਗੱਲ ਕਿਸੇ ਦੇ ਸਾਹਮਣੇ ਕੀਤੀ ਤੇ ਭਾਈ ਮੋਹਰ ਸਿੰਘ ਜੀ ਗੁਰਬਾਣੀ ਦੀ ਵਿਚਾਰ ਕਰਦੇ ਨੇ ਤੇ ਉਹਨੇ ਕਿਹਾ ਹਾਂ ਮੈਂ ਭਾਈ ਮੋਹਰ ਸਿੰਘ ਨੂੰ ਜਾਣਦਾ ਹਾਂ। ਉਹਨੇ ਸਿੰਪਲ ਵਰਡ ਵਰਤਿਆ ਕਿ ਹਾਂ ਮੈਂ ਭਾਈ ਮੋਹਰ ਸਿੰਘ ਨੂੰ ਜਾਣਦਾ ਹਾਂ। ਹੁਣ ਇਸ ਬੰਦੇ ਨੇ ਆਣ ਕੇ ਜਦੋਂ ਮੈਨੂੰ ਕਿਹਾ ਨਾ ਕਿ ਭਾਈ ਸਾਹਿਬ ਮੈਂ ਤੁਹਾਡੀ ਉਹਨਾਂ ਅੱਗੇ ਗੱਲ ਕੀਤੀ ਸੀ ਤੇ ਉਹਨੇ ਕਿਹਾ ਸੀ ਜਾਣਦਾ ਮੈਂ ਮੋਹਰ ਸਿੰਘ ਨੂੰ, ਜਾਣਦਾ ਮੈਂ ਮੋਹਰ ਸਿੰਘ ਨੂੰ। ਇਸ ਢੰਗ ਦੇ ਨਾਲ ਕਹਿਣ ਦੇ ਨਾਲ ਤਾਂ ਸਾਰਾ ਕੁਝ ਉਲਟ ਹੋ ਜਾਏਗਾ ਨਾ, ਥੋੜਾ ਜਿਹਾ ਭਾਵ ਹੀ ਬਦਲਣਾ ਕਹਿਣ ਦਾ ਤੇ ਇੰਜ ਪ੍ਰਤੀਤ ਹੋਏਗਾ ਕਿ ਜਾਣਦਾ ਮੈਂ ਮੋਹਰ ਸਿੰਘ ਨੂੰ, ਇਹਦਾ ਮਤਲਬ ਕਿ ਉਹ ਮੇਰੇ ਵਿਰੋਧ ਵਿੱਚ ਹੈ। ਕਹਿਣ ਤੋਂ ਮੁਰਾਦ ਕਿ ਜਿਹੜਾ ਤੀਜਾ ਬੰਦਾ ਹੈ ਉਹ ਕਿਸ ਭਾਵਨਾ ਦੇ ਨਾਲ ਕਹਿ ਰਿਹਾ ਹੈ, ਅਸੀਂ ਉਸ ਚੀਜ਼ ਨੂੰ ਸਮਝਦੇ ਨਹੀਂ, ਸਗੋਂ ਅਸੀਂ ਉਹਦੀ ਗੱਲ ਸੁਣਦੇ ਹਾਂ ਔਰ ਉਹਦੇ ਤੇ ਅਮਲ ਵੀ ਕਰ ਲੈਂਦੇ ਹਾਂ। ਪਰ ਰੱਬ ਐਵੇਂ ਨਹੀਂ, ਕੁਦਰਤ ਐਵੇਂ ਨਹੀਂ ਕਰਦੀ। ਰੱਬੀ ਨੇਮਾਂ ਦੇ ਵਿੱਚ ਐਸਾ ਕੁਝ ਨਹੀਂ ਹੁੰਦਾ। ਜੇ ਰੱਬ ਸਾਡੀਆਂ ਇਹੋ ਜਿਹੀਆਂ ਗੱਲਾਂ ਸੁਣਦਾ ਹੋਏ ਨਾ ਤਾਂ ਇਹ ਦੁਨੀਆ ਵਸ ਹੀ ਨਹੀਂ ਸਕਦੀ। ਅਸੀਂ ਤੇ ਨਾਲ ਹੀ ਕਹਿਣਾ ਹੈ ਗੁਆਂਢੀਆਂ ਦੀ ਕੋਠੀ ਢਾ ਦੇ, ਗੁਆਂਢੀਆਂ ਨੇ ਕਹਿਣਾ ਇਹਨਾਂ ਦਾ ਨਲਕਾ ਪੁੱਟ ਦੇ। ਤਾਂ ਰੱਬ ਤਾਂ ਇੱਕ ਪਲ ਵੀ ਆਪਣੀ ਦੁਨੀਆ ਨੂੰ ਚਲਾ ਨਹੀਂ ਸਕਦਾ। ਕਿਸੇ ਦੀ ਚੰਗੀ ਫਸਲ ਵੇਖ ਕੇ ਅਸੀਂ ਤੇ ਕਹਿਣਾ ਰਾਤੋਂ ਰਾਤ ਇਹਨਾਂ ਦੀ ਫਸਲ ਉੱਜੜ ਜਾਏ। ਰੱਬ ਥੋੜਾ ਐਵੇਂ ਕਰਦਾ ਹੈ, ਕੁਦਰਤ ਐਵੇਂ ਥੋੜਾ ਕਰਦੀ ਹੈ। ਅਸੀਂ ਕਹੀਏ ਵੀ ਰੱਬਾ ਇਹਨਾਂ ਨੇ ਟਮਾਟਰਾਂ ਦੇ ਪੇੜ ਲਾਏ ਨੇ ਤੇ ਇੰਜ ਕਰ ਵੀ ਇੱਥੇ ਧਤੂਰੇ ਲਗਾ ਦੇ, ਇੱਥੇ ਕੌੜ ਤੁੰਮੇ ਲਾ ਦੇ। ਸਾਡੇ ਕਹਿਣ ਨਾਲ ਥੋੜੀ ਕੌੜ ਤੁੰਮੇ ਲੱਗਣੇ ਨੇ। ਇਹ ਨੇਮ ਜਿਹੜੇ ਨੇ ਬਦਲਦੇ ਨਹੀਂ ਹਨ, ਕਿਸੇ ਵਾਸਤੇ ਵੀ ਨਹੀਂ ਬਦਲਦੇ। ਜਿੰਨੀਆਂ ਮਰਜ਼ੀ ਤੁਸੀਂ ਕਿਸ ਦੇ ਖਿਲਾਫ ਅਰਦਾਸਾਂ ਕਰੀ ਜਾਓ, ਜਿੰਨੇ ਮਰਜ਼ੀ ਸੁਖਣਾ ਸੁਖੀ ਜਾਓ, ਜਿੰਨੇ ਮਰਜ਼ੀ ਤੁਸੀਂ ਇਹ ਕੰਮ ਕਰੀ ਜਾਓ, ਤਾਂ ਰੱਬ ਆਪਣੇ ਨਿਯਮ ਨਹੀਂ ਬਦਲਦਾ। ਉਹ ਚੁਗਲਬਾਜ਼ਾਂ ਦਾ ਕਹਿਆ ਨਹੀਂ ਸੁਣਦਾ। ਉਹ ਇਸ ਤਰ੍ਹਾਂ ਕਿਸੇ ਦਾ ਨੁਕਸਾਨ ਨਹੀਂ ਕਰਦਾ। ਰੱਬ ਕਿਸੇ ਦਾ ਨੁਕਸਾਨ ਨਹੀਂ ਐਵੇਂ ਕਰਦਾ, ਉਹ ਆਪਣੇ ਨੇਮ ਨਹੀਂ ਬਦਲਦਾ। ਜੇ ਅੱਜ ਅਸੀਂ ਕਹੀਏ ਕਿ ਰੱਬਾ ਅੱਜ ਇਹਨਾਂ ਦਾ ਗੁਆਂਢੀਆਂ ਦਾ ਵਿਆਹ ਹੈ ਤੇ ਅੱਜ ਤੂੰ ਸੂਰਜ ਨਾ ਚੜਾ, ਮੀਂਹ ਪਾ ਦੇ, ਗੜੇ ਪਾ ਦੇ, ਤਾਂ ਸਾਡੇ ਕਹਿਣ ਨਾਲ ਉਹਨੇ ਗੜੇ ਨਹੀਂ ਪਾਣੇ, ਸਾਡੇ ਕਹਿਣ ਨਾਲ ਉਹਨੇ ਮੀਂਹ ਨਹੀਂ ਪਾਣਾ, ਸਾਡੇ ਕਹਿਣ ਨਾਲ ਉਹਨੇ ਸੂਰਜ ਨੂੰ ਲੇਟ ਨਹੀਂ ਕਰਨਾ ਜਾਂ ਅੱਗਾ ਪਿੱਛਾ ਕੁਦਰਤ ਦੇ ਨਿਯਮਾਂ ਵਿੱਚ ਨਹੀਂ ਹੋਣਾ। ਜੋ ਨਿਯਮਾਂ ਦੇ ਅੰਦਰ ਚੱਲ ਰਿਹਾ ਹੈ ਉਹਨੇ ਚੱਲੀ ਜਾਣਾ ਹੈ। ਇਹਨੂੰ ਕਹਿੰਦੇ ਨੇ ਹਰ ਕੀ ਵਡਿਆਈ ਵੱਡੀ ਹੈ ਜਾਂ ਨਾ ਸੁਣਈ ਕਹਿਆ ਚੁਗਲ ਕਾ। ਉਹ ਕਿਸੇ ਚੁਗਲਬਾਜ਼ ਦੀ ਚੁਗਲੀ ਨਹੀਂ ਸੁਣਦਾ ਔਰ ਕਿਸੇ ਦੀ ਗੱਲ ਸੁਣ ਕੇ ਕਿਸੇ ਦੂਜੇ ਦਾ ਨੁਕਸਾਨ ਨਹੀਂ ਕਰਦਾ। ਆਮ ਅਸੀਂ ਕਹਿ ਦਿੰਦੇ ਹਾਂ ਨਾ ਕਿ ਸਾਡਾ ਤੇ ਕਿਸੇ ਨੇ ਕਾਰੋਬਾਰ ਹੀ ਬੰਦ ਦਿੱਤਾ, ਕਿਸੇ ਨੇ ਕੁਝ ਕਰ ਦਿੱਤਾ ਹੈ, ਕਿਸੇ ਨੇ ਕੁਝ ਕਰ ਦਿੱਤਾ ਹੈ। ਤਾਂ ਇਹ ਕੀਤੇ ਕਿਰਾਏ ਦੇ ਨਾਲ ਕਦੇ ਕਿਸੇ ਦਾ ਕਾਰੋਬਾਰ ਨਹੀਂ ਵੱਜਦਾ। ਇਹ ਸਾਡੇ ਇੱਕ ਵਹਿਮ ਨੇ। ਜੇ ਸਾਡਾ ਕਾਰੋਬਾਰ ਨਹੀਂ ਚੱਲ ਰਿਹਾ ਤੇ ਉਹਦੇ ਸਾਡੇ ਵਿੱਚ ਕੋਈ ਦੋਸ਼ ਹੋ ਸਕਦਾ, ਅਸੀਂ ਦੁਕਾਨ ਗਲਤ ਜਗ੍ਹਾ ਤੇ ਖੋਲ ਬੈਠੇ ਹਾਂ, ਜਾਂ ਸਾਨੂੰ ਤਜਰਬਾ ਨਹੀਂ ਹੈ, ਜਾਂ ਕਿਤੇ ਚਾਰ ਚਫੇਰੇ ਵੈਸੇ ਮੰਦੀ ਹੈ। ਜਿਵੇਂ ਹੁਣ ਅੱਜ ਕੱਲ ਇਹ ਤਾਂ ਮੰਦੀ ਹੈ, ਜੇ ਅੱਜ ਕੱਲ ਕੋਈ ਕਾਰੋਬਾਰ ਕਰੇਗਾ ਤੇ ਨਹੀਂ ਹੋ ਪਾਏਗਾ। ਤਾਂ ਕਹਿਣ ਤੋਂ ਭਾਵ ਕਿ ਇਹ ਨਿਯਮ ਬਿਲਕੁਲ ਸਾਰੇ ਲਾਗੂ ਨੇ। ਰੱਬੀ ਨਿਯਮਾਂ ਦੇ ਅੰਦਰ ਕਦੇ ਵੀ ਬਦਲਾਵ ਨਹੀਂ ਹੁੰਦਾ। ਉਹ ਕਿਸੇ ਚੁਗਲ ਦੀ ਗੱਲ ਸੁਣ ਕੇ ਕਿਸੇ ਦੂਜੇ ਦਾ ਨੁਕਸਾਨ ਨਹੀਂ ਕਰਦਾ ਤੇ ਕਿਸੇ ਦੂਜੇ ਨੂੰ ਫਾਇਦਾ ਵੀ ਨਹੀਂ ਪਹੁੰਚਾਉਂਦਾ।
हर की वडियाई वड्डी है, अपुछया दान देव का। अपुछया ਦਾ ਮਤਲਬ ਬਿਨਾ ਪੁੱਛਣ ਤੋਂ, ਦੇਵ ਕਾ ਦਾ ਮਤਲਬ ਦਿੰਦਾ ਹੈ। ਕਿ ਪ੍ਰਭੂ ਦੀ ਵਡਿਆਈ ਕਰਨੀ ਚਾਹੀਦੀ ਹੈ, ਇਹ ਉੱਤਮ ਕੰਮ ਹੈ, ਕਿਉਂਕਿ ਉਹ ਕਿਸੇ ਨੂੰ ਪੁੱਛ ਕੇ ਦਾਨ ਨਹੀਂ ਦਿੰਦਾ। ਦਾਨ ਦਾ ਮਤਲਬ ਦਾਤ। ਉਹ ਕਿਸੇ ਨੂੰ ਪੁੱਛ ਕੇ ਦਾਤ ਨਹੀਂ ਦਿੰਦਾ। ਉਹ ਇਹ ਨਹੀਂ ਪੁੱਛਦਾ ਵੀ ਭਾਈ ਮੋਹਰ ਸਿੰਘ ਮੈਂ ਫਲਾਂ ਬੰਦੇ ਨੂੰ ਇਹ ਦਾਤ ਦੇ ਦਿਆਂ ਕਿ ਨਾ ਦੇ ਦਿਆਂ। ਉਹਨੂੰ ਮੋਹਰ ਸਿੰਘ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਜੇ ਉਹਨੇ ਮੋਹਰ ਸਿੰਘ ਨੂੰ ਦਾਤ ਦੇਣੀ ਤੇ ਉਹਨੇ ਤੁਹਾਡੇ ਤੋਂ ਨਹੀਂ ਪੁੱਛਣਾ ਵੀ ਮੈਂ ਇਹ ਦਾਤ ਦਿਆਂ ਕਿ ਨਾ, ਉਹਨਾਂ ਦੀ ਪੈਲੀ ਵਿੱਚ ਮੈਂ ਫਸਲ ਪੈਦਾ ਕਰਾਂ ਕਿ ਨਾ ਕਰਾਂ, ਫਲਾਂ ਬੰਦੇ ਨੂੰ ਮੈਂ ਪਾਸ ਕਰਾਂ ਕਿ ਨਾ ਕਰਾਂ। ਐਵੇਂ ਉਹ ਪੁੱਛ ਕੇ ਨਹੀਂ ਦਾਤ ਦਿੰਦਾ। ਦਾਤਾਂ ਉਹ ਲਗਾਤਾਰ ਦੇ ਰਿਹਾ ਹੈ। ਕੁਦਰਤ ਦੇ ਅੰਦਰ ਅਨੰਤ ਦਾਤਾਂ ਨੇ ਜੋ ਕੁਛ ਪਾਇਆ ਸੋ ਇੱਕ ਵਾਰ, ਜੋ ਕੁਛ ਉਹਨੇ ਪਾਣਾ ਹੈ ਇੱਕੋ ਵਾਰ ਪਾ ਦਿੱਤਾ ਹੈ, ਇੱਕ ਵਾਰ ਸਿਸਟਮ ਬਣਾ ਦਿੱਤਾ ਹੈ। ਇਹ ਸਿਸਟਮ ਦੇ ਅੰਦਰ ਕੋਈ ਬਦਲਾਵ ਨਹੀਂ ਹੈ, ਕਿਸੇ ਨੂੰ ਪੁੱਛ ਕੇ ਦਾਤ ਨਹੀਂ ਦਿੱਤੀ ਜਾਂਦੀ। ਹੁਣ ਇਹ ਚੀਜ਼ ਬੜੀ ਸਮਝਣ ਵਾਲੀ ਹੈ। ਜੇ ਅਸੀਂ ਇਸ ਪੰਕਤੀ ਤੇ ਅਮਲ ਕਰ ਲਈਏ ਨਾ, ਤਾਂ ਸਾਡਾ ਆਰਥਿਕ ਔਰ ਮਾਨਸਿਕ ਸ਼ੋਸ਼ਣ ਹੋਣਾ ਬਚ ਜਾਂਦਾ ਹੈ। ਹੁਣ ਬਾਬਿਆਂ ਪਿੱਛੇ ਲੋਕ ਕਿਉਂ ਪਏ ਨੇ? ਫਲਾਂ ਬਾਬੇ ਦੇ ਡੇਰੇ ਤੇ ਜਾ ਰਹੇ ਆ ਜੀ, ਉੱਥੋਂ ਕੀ ਹੋਏਗਾ? ਉੱਥੋਂ ਪੁੱਤਰ ਮਿਲਣਗੇ। ਹੁਣ ਰੱਬ ਨੇ ਪੁੱਛ ਕੇ ਥੋੜੀ ਦੇਣਾ ਬਾਬੇ ਤੋਂ ਵੀ ਮੈਂ ਫਲਾਂ ਬੰਦੇ ਨੂੰ ਧੀ ਦਿਆਂ ਕਿ ਪੁੱਤਰ ਦਿਆਂ। ਪੁੱਛ ਕੇ ਥੋੜੀ ਦੇਣਾ। ਫਲਾਂ ਬਾਬੇ ਕੋਲ ਗਏ ਸਾਂ, ਐਤਕੀ ਸਾਡੀ ਬੜੀ ਫਸਲ ਹੋਈ ਹੈ, ਕਿਉਂਕਿ ਉੱਥੋਂ ਜਲ ਲਿਆ ਕੇ ਪਾਣੀ ਵਿੱਚ ਪੈਲੀ ਚ ਪਾਇਆ ਸੀ। ਤੇ ਰੱਬ ਨੇ ਪੁੱਛ ਕੇ ਥੋੜੀ ਕਿਸ ਤੋਂ ਕਰਨਾ ਬਾਬੇ ਤੋਂ ਵੀ ਫਲਾਂ ਬੰਦੇ ਦੀ ਫਸਲ ਪੂਰੀ ਪੈਦਾ ਕਰਾਂ ਕਿ ਨਾ ਕਰਾਂ। ਕਿਸੇ ਜੋਤਸ਼ੀ ਤੋਂ ਪੁੱਛ ਕੇ ਥੋੜੀ ਉਹਨੇ ਗ੍ਰਹਿ ਨੂੰ ਅੱਗੇ ਪਿੱਛੇ ਕਰਨਾ ਹੈ। ਕਿਸੇ ਕਬਰ ਮੜੀ ਤੋਂ ਪੁੱਛ ਕੇ ਥੋੜੀ ਉਹਨੇ ਦਾਨ ਦੇਣੀ ਹੈ ਕਿ ਸੂਰਜ ਚੜਾਵਾਂ ਕਿ ਨਾ ਚੜਾਵਾਂ। ਇੰਦਰ ਦੇਵਤੇ ਤੋਂ ਪੁੱਛ ਕੇ ਥੋੜੀ ਉਹਨੇ ਮੀਂਹ ਪਾਣਾ ਕਿ ਮੀਂਹ ਪਾਵਾਂ ਕਿ ਨਾ। ਇਹ ਤਾਂ ਅਟਲ ਨਿਯਮ ਨੇ। ਇਹਨਾਂ ਨਿਯਮਾਂ ਦੇ ਅੰਦਰ ਸਾਰਾ ਕੁਝ ਹੋ ਹੀ ਜਾਣਾ ਹੈ। ਕਿਸੇ ਤੋਂ ਪੁੱਛ ਕੇ ਨਹੀਂ ਦਿੰਦਾ ਦਾਤ। ਤੇ ਜਦੋਂ ਕਿਸੇ ਤੋਂ ਪੁੱਛ ਕੇ ਨਹੀਂ ਦਿੰਦਾ ਤੇ ਫਿਰ ਅਸੀਂ ਦਾਤਾਂ ਵਾਸਤੇ ਕਿਉਂ ਭਟਕਦੇ ਫਿਰਨੇ ਆ? ਕਿਸੇ ਬਾਬੇ ਕੋਲ, ਕਿਸੇ ਪੀਰ ਕੋਲ, ਕਬਰ ਕੋਲ, ਜੋਤਸ਼ੀਆਂ ਕੋਲ, ਦੇਵੀਆਂ ਦੇਵਤੇ, ਕਿਸੇ ਤੋਂ ਪੁੱਛ ਕੇ ਨਹੀਂ। ਇਹ ਸਿਸਟਮ ਰੱਬ ਨਹੀਂ ਬਦਲਦਾ। ਰੱਬ ਦਾ ਸਿਸਟਮ ਜਿਹੜਾ ਚੱਲ ਰਿਹਾ ਹੈ ਉਹ ਲਗਾਤਾਰ ਚੱਲ ਰਿਹਾ ਹੈ। ਕਿਸੇ ਤੋਂ ਪੁੱਛ ਕੇ ਕੋਈ ਦਾਤ ਨਹੀਂ ਦਿੰਦਾ ਕਿ ਧਰਤੀ ਪੈਦਾ ਕਰਾਂ ਕਿ ਨਾ ਕਰਾਂ, ਸੂਰਜ ਚੜਾਵਾਂ ਕਿ ਨਾ ਚੜਾਵਾਂ, ਚੰਦਰਮਾ ਚੜਾਵਾਂ ਕਿ ਨਾ, ਅੱਜ ਮੈਂ ਹਵਾ ਚਲਾਵਾਂ ਕਿ ਨਾ ਚਲਾਵਾਂ। ਕਿਸੇ ਤੋਂ ਪੁੱਛਦਾ ਹੈ ਨਾ। ਸਾਰਿਆਂ ਨੂੰ ਦਾਤਾਂ ਮਿਲ ਰਹੀਆਂ ਨੇ। ਜਿੰਨਾ ਉਦਮ ਕਰੋਗੇ ਉਹਨਾਂ ਪਾ ਲਓਗੇ, ਜਿੰਨਾ ਕਰਮ ਕਰੋਗੇ ਉਹਨਾਂ ਪਾ ਲਵਾਂਗੇ। ਇਸ ਲਈ ਗੁਰਦੇਵ ਨੇ ਬਚਨ ਕੀਤਾ ਹੈ, ਉਦਮ ਕਰੇਂਦਿਆਂ ਜੀਓ ਤੂੰ, ਕਮਾਵੰਦਿਆਂ ਸੁਖ ਪੁੰਜ, ਧਿਆਏਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਗੁਰੂ ਪਾਤਸ਼ਾਹ ਰਹਿਮਤ ਕਰਨ, ਅਸੀਂ ਗੁਰੂ ਜੀ ਦੀ ਪਾਵਨ ਬਾਣੀ ਨੂੰ ਸਮਝੀਏ ਔਰ ਗੁਰਬਾਣੀ ਤੇ ਅਮਲ ਕਰਕੇ ਆਪਣੇ ਜੀਵਨ ਨੂੰ, ਪਰਿਵਾਰਕ ਜੀਵਨ ਨੂੰ ਔਰ ਜਿਹੜੀ ਸਮਾਜਿਕ ਸਾਡਾ ਜੀਵਨ ਹੈ ਇਹਨੂੰ ਅਸੀਂ ਸੁਧਾਰੀਏ, ਇਹਨੂੰ ਅਸੀਂ ਸੁਰਗ ਬਣਾਈਏ। ਸਾਡੇ ਜੀਵਨ ਵਿੱਚ ਖੁਸ਼ੀਆਂ, ਖੇੜੇ, ਪ੍ਰਸੰਨਤਾ ਆ ਜਾਣ। ਇਹ ਸੰਸਾਰ ਹਰ ਕਾ ਬਾਗ ਬਣ ਜਾਏ। ਇਹ ਸੰਸਾਰ ਜਿਹੜਾ ਹੈ ਸਵਰਗ ਹੋ ਜਾਏ। ਇਹ ਸੰਸਾਰ ਹੀ ਸਾਡਾ ਜੀਵਨ ਹੀ ਬੈਕੁੰਠ ਬਣ ਜਾਏ ਔਰ ਜੀਵਨ ਦੇ ਅੰਦਰ ਖੁਸ਼ੀਆਂ ਆ ਜਾਣ। ਹੋਈਆਂ ਭੁੱਲਾਂ ਦੀ ਖਿਮਾ। ਅੱਜ ਦੀ ਵਿਚਾਰ ਇੱਥੇ ਸਮਾਪਤ ਕਰਦੇ ਹਾਂ ਜੀ। ਜੇ ਕਿਸੇ ਵੀਰ ਭੈਣ ਨੇ ਅੱਜ ਦੀ ਇਸ ਵਿਚਾਰ ਵਿੱਚ ਕੋਈ